ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵਉ, ਹਿਰਦੈ ਧਿਆਵਉ। ਸ਼੍ਰੀ ਗੁਰ ਰਾਮਦਾਸ ਗੁਣ ਗਾਵਉ। ਸ਼੍ਰੀ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ, ਤਹਾਰੋਂ ਤਹਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧਾ, ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਬਾਲਾ ਸੰਦਰਵਾਚ ਚੌਪਈ। ਸ਼੍ਰੀ ਅੰਗਦ ਸੁਨ ਕਥਾ ਅਗਾਰੀ। ਜੋ ਸਭ ਸ਼੍ਰੋਤਨ ਕੋ ਸੁਖਕਾਰੀ। ਪੁਰ ਕਰਤਾਰ ਬਿਖੈ ਤਬ ਆਏ। ਬਹਰ ਨਾ ਕਿਤ ਦਿਸ ਬਹਿਰ ਸਿਧਾਏ। ਸ਼੍ਰੀ ਅੰਗਦ ਸੁਨ ਕਥਾ ਅਗਾਰੀ। ਜੋ ਸਭ ਸ਼੍ਰੋਤਨ ਕੋ ਸੁਖਕਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਹਾਨਾਨ ਪਹਾਨ। ਦੇਵਾਨ ਦੇ ਹਾਲਤ ਪਲਟ ਕੇ ਰਖਿਅਕ। ਵਾਲੀਏ ਦੋ ਜਹਾਨ ਕੁਲ ਆਲਮ ਦੇ ਰਹਿਬਰ। ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ
ਜੁੜ ਬੈਠੀ ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ, ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਤੇ ਨਾਲ ਸਿੱਖੀ ਦੀ ਪਰਖ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸੰਗਤਾਂ ਨੂੰ ਲੈ ਕਰਕੇ ਗੁਰੂ ਕੇ ਸਿੱਖਾਂ ਦੇ ਘਰਾਂ ਦੇ ਵਿੱਚ ਵਿਚਰ ਰਹੇ ਹਨ। ਇਸ ਤਰ੍ਹਾਂ ਚਲਦੇ ਚਲਦੇ ਸਤਿਗੁਰੂ ਮਹਾਰਾਜ ਇੱਕ ਜੋ ਗੁਰੂ ਕਾ ਸਿੱਖ ਹੈ, ਗੁਰੂ ਕਾ ਪਿਆਰਾ ਹੈ, ਉਹਦੇ ਘਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਜਦੋਂ ਪਹੁੰਚੇ, ਉਹ ਸਿੱਖ ਨੇ ਸਤਿਗੁਰੂ ਮਹਾਰਾਜ ਜੀ ਦੀ ਬਹੁਤ ਜ਼ਿਆਦਾ ਸੇਵਾ ਕਰਨੀ ਕੀਤੀ। ਨਾਲ ਔਰ ਜੋ ਸਿੱਖ ਸਨ ਉਹਨਾਂ ਦੀ ਵੀ ਸੇਵਾ ਕੀਤੀ ਹੈ। ਤੇ ਮਨ ਦੇ ਵਿੱਚ ਜੋ ਉਹਦਾ ਬਲਬਲਾ ਸੀ, ਜੋ ਪ੍ਰਸ਼ਨ ਸੀ, ਹਰ ਕਿਸੇ ਸਾਧੂ ਨੂੰ ਸੰਤ ਨੂੰ ਇਹ ਪੁੱਛਦਾ ਸੀ ਕਿ ਮਹਾਂਪੁਰਖੋ ਇਹ ਆਪ ਜੀ ਦੱਸੋ ਕਿ ਸਾਧੂ ਦੇ ਦਰਸ਼ਨਾਂ ਦਾ, ਸਾਧੂ ਦੀ ਸੰਗਤ ਕਰਨ ਦਾ ਕੀ ਲਾਭ ਪ੍ਰਾਪਤ ਹੁੰਦਾ ਹੈ। ਇਹੀ ਪ੍ਰਸ਼ਨ ਉਹਨੇ ਸਤਿਗੁਰੂ ਮਹਾਰਾਜ ਜੀ ਦੇ ਤਾਈਂ ਉਚਾਰਨ ਕਰਨਾ ਕੀਤਾ, ਪੁੱਛਣਾ ਕੀਤਾ। ਅੱਗੋਂ ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਭਾਈ ਜੇ ਤੈਨੂੰ ਜਵਾਬ ਦਿੱਤਾ ਨਾ ਤਾਂ ਤੇਰਾ ਨਿਸ਼ਾ ਤੇਰੀ ਹੈ ਨਹੀਂ ਹੋਵੇਗੀ, ਤਸੱਲੀ ਨਹੀਂ ਹੋਵੇਗੀ। ਇਹਦੇ ਵਾਸਤੇ ਅਨੁਭਵ ਜ਼ਰੂਰੀ ਹੈ। ਮਹਾਰਾਜ ਜੀ ਨੇ ਕਿਹਾ ਕੋਈ ਗੱਲ ਨਹੀਂ ਹੈ, ਕੱਲ ਤੈਨੂੰ ਇਹਦਾ ਜਵਾਬ ਦਿੰਦੇ ਆ। ਸਤਿਗੁਰੂ ਮਹਾਰਾਜ ਫਿਰ ਉੱਥੇ ਵਿਰਾਜਮਾਨ ਹੋ ਗਏ। ਦੂਜਾ ਦਿਨ ਚੜਿਆ, ਉਹ ਸਿੱਖ ਆਇਆ ਮਹਾਰਾਜ ਜੀ ਦੇ। ਜਦੋਂ ਦਰਸ਼ਨ ਕੀਤੇ ਮਹਾਰਾਜ ਜੀ ਨੇ ਕਿਹਾ ਜਾ ਭਾਈ ਫਲਾਣੇ ਅਸਥਾਨ ਤੇ ਜਾ, ਉੱਥੇ ਇੱਕ ਦਰਖਤ ਆਵੇਗਾ, ਉਹ ਦਰਖਤ ਦੇ ਹੇਠ ਜਾ ਕਰਕੇ ਬੈਠਣਾ ਕਰ, ਤੈਨੂੰ ਇਹਦਾ ਜਵਾਬ ਮਿਲ ਜਾਵੇਗਾ। ਉਹ ਸਿੱਖ ਪਿਆਰਿਓ ਉੱਥੇ ਜਾ ਕਰਕੇ ਬੈਠ ਗਿਆ। ਉਹਨੂੰ ਲੱਗਿਆ ਕਿ ਕੋਈ ਆਵੇਗਾ ਮੈਨੂੰ ਜਵਾਬ ਦੇਣ ਵਾਸਤੇ, ਲੇਕਿਨ ਮਨੁੱਖ ਕੋਈ ਨਹੀਂ ਆਇਆ। ਇੱਕ ਉਹਨੇ ਨਜ਼ਾਰਾ ਤੱਕਿਆ ਤੇ ਕਾਵਾਂ ਦਾ ਇੱਕ ਜੋੜਾ ਜਿਹੜਾ ਹੈ ਉਹ ਦਰਖਤ ਦੇ ਉੱਤੇ ਬੈਠਿਆ ਹੋਇਆ ਸੀ। ਜਦੋਂ ਕਾਵਾਂ ਨੇ ਇਹ ਸਿੱਖ ਦੇ ਦਰਸ਼ਨ ਕਰਨੇ ਕੀਤੇ, ਉਹ ਕਾਂ ਬਿਰਤੀ ਤੋਂ ਭਾਵ ਕੇ ਕਾਂ ਦੀ ਜੂਨ ਤੋਂ ਉਹ ਬਗਲੇ ਬਣ ਗਏ। ਫਿਰ ਮਹਾਰਾਜ ਜੀ ਦੇ ਕੋਲ ਗਿਆ, ਮਹਾਰਾਜ ਜੀ ਨੂੰ ਕਹਿੰਦਾ ਮਹਾਰਾਜ ਕੋਈ ਆਇਆ ਨਹੀਂ, ਮੇਰੀ ਤਸੱਲੀ ਨਹੀਂ ਹੋਈ। ਮਹਾਰਾਜ ਜੀ ਨੇ ਦੂਜੇ ਦਿਨ ਵੀ ਕਿਹਾ ਕੋਈ ਗੱਲ ਨਹੀਂ ਹੈ, ਦੂਜਾ ਦਿਨ ਵੀ ਤੂੰ ਉੱਥੇ ਚੱਲ ਜਾ। ਦੂਜਾ ਦਿਨ ਜਦੋਂ ਗੁਰੂ ਕਾ ਸਿੱਖ ਗਿਆ ਤੇ ਜਿਹੜੇ ਕਾਮ ਤੋਂ ਬਗਲੇ ਬਣੇ ਹੋਏ ਸਨ, ਉਹਨਾਂ ਬਗਲਿਆਂ ਨੇ ਜਦੋਂ ਦਰਸ਼ਨ ਕੀਤੇ, ਉਹ ਅੱਜ ਬਗਲੇ ਨਹੀਂ ਰਹੇ, ਉਹ ਹੰਸ ਬਣ ਗਏ। ਫਿਰ ਤੀਜਾ ਦਿਨ ਪਿਆਰਿਓ ਗੁਰੂ ਕਾ ਸਿੱਖ ਗਿਆ ਤਾਂ ਉਹ ਫਿਰ ਬਗਲੇ ਤੋਂ ਜੋ ਹੰਸ ਬਣੇ ਸਨ, ਫਿਰ ਹੰਸਾਂ ਤੋਂ ਮਨੁੱਖਾ ਜੋਨੀ ਉਹਨਾਂ ਨੂੰ ਪ੍ਰਾਪਤ ਹੋ ਗਈ। ਤੇ ਉਹਨਾਂ ਨੇ ਆ ਕਰਕੇ ਉਹ ਸਿੱਖ ਦੇ ਫਿਰ ਦਰਸ਼ਨ ਕਰਨੇ ਕੀਤੇ ਤੇ ਬਚਨ ਕਰਨਾ ਕੀਤਾ ਕਿ ਸਿੱਖਾ ਕੰਮ ਕਰਨਾ ਕਰ। ਤੇਰੇ ਜੋ ਪੂਰੇ ਗੁਰੂ ਸਤਿਗੁਰੂ ਗੁਰੂ ਨਾਨਕ ਦੇਵ ਪਹਿਲੇ ਕਾਂ ਸੀ, ਕਾਂ ਤੋਂ ਬਗਲੇ ਬਣ ਗਏ, ਬਗਲੇ ਤੋਂ ਫਿਰ ਹੰਸ ਬਣ ਗਏ, ਅੱਜ ਲੇਕਿਨ ਹੰਸਾਂ ਤੋਂ ਤੁਸੀਂ ਮਨੁੱਖ ਬਣ ਗਏ ਹਨ, ਕੀ ਕਾਰਨ ਹੈ? ਤਾਂ ਉਹਨਾਂ ਨੇ ਦੱਸਿਆ ਕਿ ਭਾਈ ਕਾਰਨ ਅਸੀਂ ਤੈਨੂੰ ਦੱਸਦੇ ਹਾਂ। ਤੂੰ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਵਸਤੇ ਦਰਸ਼ਨ ਕਰਕੇ ਫਿਰ ਸਿੱਧਾ ਇੱਥੇ ਆ ਜਾਂਦਾ ਸੀ ਤੇ ਅਸੀਂ ਜਦੋਂ ਤੇਰੇ ਦਰਸ਼ਨ ਕਰਦੇ ਹਾਂ, ਤੇਰੇ ਦਰਸ਼ਨਾਂ ਕਰਨ ਕਰਕੇ ਸਾਡੀ ਯੂਨੀ ਜਿਹੜੀ ਹੈ ਉਹ ਬਦਲ ਗਈ, ਸਾਡੇ ਵਿੱਚ ਤਬਦੀਲੀ ਆ ਗਈ ਹੈ। ਕਹਿਣ ਦਾ ਭਾਵ ਕਿ ਜੇ ਤੂੰ ਸਤਿਗੁਰਾਂ ਦੇ ਦਰਸ਼ਨ ਨਹੀਂ ਕਰਦਾ ਤੇ ਇਹ ਤਬਦੀਲੀ ਸਾਡੇ ਵਿੱਚ ਨਹੀਂ ਆ ਸਕਦੀ ਹੈ। ਕਹਿਣ ਦਾ ਭਾਵ ਕਿ ਸਤਿਗੁਰਾਂ ਦੇ ਜੋ ਦਰਸ਼ਨ ਕਰਦਾ ਉਹ ਤਾਂ ਨਿਹਾਲ ਹੁੰਦੇ ਹਨ ਤੇ ਜਿਨ੍ਹਾਂ ਸਿੱਖਾਂ ਨੇ ਪ੍ਰੇਮੀਆਂ ਨੇ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਕਰਨੇ ਕੀਤੇ, ਅੱਗੋਂ ਕੋਈ ਉਹਨਾਂ ਸਿੱਖਾਂ ਦੇ ਵੀ ਜਦੋਂ ਦਰਸ਼ਨ ਕਰਦਾ ਤੇ ਉਹ ਵੀ ਨਿਹਾਲ ਹੋ ਜਾਂਦਾ, ਉਹਦੇ ਉੱਤੇ ਵੀ ਕਿਰਪਾ ਵਰਤ ਜਾਂਦੀ ਹੈ।
ਇੰਜ ਜਦੋਂ ਬਚਨ ਕਰਨਾ ਕੀਤਾ, ਆਇਆ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਢਹਿ ਢੇਰੀ ਹੋ ਗਿਆ। ਇਹ ਪਾਵਨ ਇਤਿਹਾਸ ਪ੍ਰਸੰਗ ਆਪਾਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਸਰਵਣ ਕਰਨਾ ਕੀਤਾ ਸੀ। ਫਿਰ ਇਹ ਤੋਂ ਬਾਅਦ ਸਤਿਗੁਰੂ ਮਹਾਰਾਜ ਕਰਤਾਰਪੁਰ ਦੇ ਵਿੱਚ ਆਏ। ਹੁਣ ਕਰਤਾਰਪੁਰ ਤੋਂ ਬਾਹਰ ਮਹਾਰਾਜ ਜੀ ਨਹੀਂ ਨਿਕਲੇ, ਭਾਵ ਕਿ ਕਰਤਾਰਪੁਰ ਸਾਹਿਬ ਦੇ ਵਿੱਚ ਹੀ ਰਹਿ ਕਰਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਕੀਤਾ। ਆਓ ਪਿਆਰਿਓ, ਅਗਲੀ ਜੋ ਆਉਣ ਵਾਲੀ ਲੜੀਵਾਰ ਕਥਾ ਉਹਨੂੰ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਬਾਲਾ ਸੰਦਰਵਾਚ ਚੌਪਈ। ਸ਼੍ਰੀ ਅੰਗਦ ਸੁਨ ਕਥਾ ਅਗਾਰੀ। ਅਗਲਾ ਜੋ ਪਿਆਰਿਓ ਇਹ ਅਧਿਆਇ ਚੱਲ ਰਿਹਾ ਹੈ 45ਵਾਂ ਅਧਿਆਇ। ਇਹਦਾ ਉਚਾਰਨ ਭਾਈ ਬਾਲਾ ਜੀ ਕਰਦੇ ਹਨ ਤੇ ਬਚਨ ਉਚਾਰਨ ਕੀਤਾ ਕਿ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਇਹ ਅਗਲੀ ਕਥਾ ਆਪ ਜੀ ਸਰਵਣ ਕਰਨਾ ਕਰੋ। ਜੋ ਸਭ ਸ਼ਰੂਤਨ ਕੋ ਸੁਖ ਕਾ। ਇਹ ਜੋ ਕਥਾ ਹੈ ਸਾਰੇ ਸ਼ਰੋਤੇ ਜੋ ਹਨ ਸੁਣਨ ਵਾਲਿਆਂ ਨੂੰ ਸ਼ਰੋਤਾ ਕਿਹਾ ਜਾਂਦਾ। ਜਿਹੜੇ ਸ਼ਰੋਤੇ ਹਨ ਉਹਨਾਂ ਨੂੰ ਸੁਖ ਦੇਣ ਵਾਲੀ ਇਹ ਪਾਵਨ ਕਥਾ ਹੈ। ਪੁਰ ਕਰਤਾਰ ਵਿਖੈ ਤਬ ਆਏ। ਫਿਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਉਥੋਂ ਚੱਲ ਕੇ ਸਿੱਖਾਂ ਦਾ ਉਧਾਰ ਕਰਕੇ ਸਤਿਗੁਰੂ ਮਹਾਰਾਜ ਫਿਰ ਕਰਤਾਰਪੁਰ ਸਾਹਿਬ ਦੇ ਵਿੱਚ ਆ ਗਏ। ਬਹੁਰ ਨ ਕਿਤ ਦਿਸ਼ ਵਹਿਰ ਸਿਧਾਏ। ਇਹ ਤੋਂ ਬਾਅਦ ਕਹਿੰਦੇ ਹਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਕਰਤਾਰਪੁਰ ਤੋਂ ਬਾਹਰ ਨਹੀਂ ਗਏ। ਫਿਰ ਪੱਕਾ ਚੌਂਕੜਾ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਦੇ ਵਿੱਚ ਹੀ ਲਾਉਣਾ ਕੀਤਾ। ਸਵਾ ਜਾਮ ਨਿਸ ਰਹੇ ਸਦਾਈ। ਮਹਾਰਾਜ ਜੀ ਦਾ ਹੁਣ ਨਿਤਨੇਮ ਦੱਸਦੇ ਹਨ। ਸਵਾ ਪਹਿਰ ਰਾਤ ਜਦੋਂ ਰਹਿੰਦੀ ਹੈ, ਭਾਵ ਕਿ ਅੰਮ੍ਰਿਤ ਵੇਲੇ 1-2 ਵਜੇ ਜਾਗਹਿ ਬਹੁਰ ਵਹਿਰ ਕੋ ਜਾਈ। ਸਤਿਗੁਰੂ ਮਹਾਰਾਜ ਜੀ ਉੱਠ ਕਰਕੇ ਜਾਗਰਤ ਹੁੰਦੇ ਹਨ ਤੇ ਜਾਗਰਤ ਅਵਸਥਾ ਦੇ ਵਿੱਚ ਆ ਕਰਕੇ ਸ਼ਹਿਰ ਤੋਂ ਨਗਰ ਤੋਂ ਬਾਰ-ਬਾਰ ਸਤਿਗੁਰੂ ਮਹਾਰਾਜ ਇਕਾਂਤ ਵਿੱਚ ਜਾਂਦੇ। ਐਰਾਵਤੀ ਵਿਖੈ ਇਸ਼ਨਾਨਾ। ਜਾ ਕਰਕੇ ਵੱਡੇ ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਐਰਾਵਤੀ ਦਾ ਮਤਲਬ ਹੈ ਜਿਹਨੂੰ ਅਜੋਕੇ ਜ਼ਮਾਨੇ ਦੇ ਵਿੱਚ ਆਪਾਂ ਰਾਵੀ ਬੋਲਦੇ ਹਾਂ, ਰਾਵੀ ਦਰਿਆ। ਇਹ ਰਾਵੀ ਵੀ ਪਿਆਰਿਓ ਪੰਜਾਬ ਦੇ 5 ਦਰਿਆ ਦੇ ਵਿੱਚੋਂ ਰਾਵੀ ਹੋ ਗਿਆ, ਚਨਾਬ ਹੋ ਗਿਆ, ਸਤਲੁਜ ਹੋ ਗਿਆ ਤੇ ਇਤਿਆਦਿਕ ਇਹ 5 ਨਦੀਆਂ ਦਾ ਮੇਲ। ਫਿਰ ਨਾਮ ਬਦਲਦਾ ਅਪਭ੍ਰੰਸ਼ ਹੁੰਦਾ ਅਜੋਕੇ ਜ਼ਮਾਨੇ ਦੇ ਵਿੱਚ ਜਿਹਨੂੰ ਆਪਾਂ ਰਾਵੀ ਦਰਿਆ ਬੋਲਦੇ ਆ, ਕਿਉਂਕਿ ਕਰਤਾਰਪੁਰ ਸਾਹਿਬ ਪਿਆਰਿਓ ਰਾਵੀ ਦਰਿਆ ਦੇ ਨਾਲ ਵਗਦਾ ਹੈ। ਤੇ ਸਤਿਗੁਰੂ ਮਹਾਰਾਜ ਨਿਤ ਅੰਮ੍ਰਿਤ ਵੇਲੇ ਉੱਠ ਕਰਕੇ ਐਰਾਵਤੀ ਰਾਵੀ ਦਰਿਆ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਜਾਂਦੇ ਹਨ। ਕਰ ਬੈਠੇ ਹੈ ਤਟ ਲਾਇ ਧਿਆਨ। ਉਥੇ ਫਿਰ ਸਤਿਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਤੇ ਇਸ਼ਨਾਨ ਕਰਕੇ ਜਲ ਦੇ ਤਟ ਦੇ ਉੱਤੇ ਵਹਿਣ ਦੇ ਨਦੀ ਦੇ ਤਟ ਦੇ ਉੱਤੇ ਬੈਠ ਕਰਕੇ ਸਤਿਗੁਰੂ ਮਹਾਰਾਜ ਰੱਬ ਦਾ ਧਿਆਨ ਕਰਦੇ ਸਨ। ਜੇ ਪਿਆਰਿਓ ਸਤਿਗੁਰੂ ਮਹਾਰਾਜ ਜੀ ਦਾ ਆਪਾਂ ਜੀਵਨ ਪੜ੍ਹਦੇ ਹਾਂ, ਜਦੋਂ ਤੱਕ ਸਤਿਗੁਰੂ ਮਹਾਰਾਜ ਸੁਲਤਾਨਪੁਰ ਲੋਧੀ ਦੇ ਵਿੱਚ ਮੌਜੂਦ ਸਨ ਤਾਂ ਸੁਲਤਾਨਪੁਰ ਲੋਧੀ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਆਪਣੇ ਘਰੋਂ ਜਾ ਕਰਕੇ ਨਿਤ ਅੰਮ੍ਰਿਤ ਵੇਲੇ ਜੋ ਉੱਥੇ ਦਰਿਆ ਵਗਦਾ ਸੀ ਤੇ ਵੇਈ ਨਦੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਉੱਥੇ ਤੇ ਇੱਕ ਪਾਸੇ ਹੋ ਕਰਕੇ ਸਤਿਗੁਰੂ ਮਹਾਰਾਜ ਚੌਂਕੜਾ ਮਾਰ ਕਰਕੇ ਪਰਮਾਤਮਾ ਦੇ ਧਿਆਨ ਦੇ ਵਿੱਚ ਨਿਮਗਨ ਹੋ ਜਾਂਦੇ ਹਨ। ਪਿਆਰਿਓ ਬਹੁਤ ਲੰਬਾ ਸਮਾਂ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ। ਇੱਕ ਜੋਤ
ਜੋ ਆਪਣੀ ਤੇ ਪ੍ਰਮਾਤਮਾ ਦੀ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਉੱਥੇ ਬੈਠ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਸਮਾਧੀ ਲਾਉਣੀ ਕੀਤੀ। ਅੱਜ ਵੀ ਪਿਆਰਿਓ ਜਦੋਂ ਆਪਾਂ ਜਾਂਦੇ ਨਾ ਦਰਸ਼ਨ ਕਰਨ ਵਾਸਤੇ ਗੁਰਦੁਆਰਾ ਬੇਰ ਸਾਹਿਬ, ਉਹ ਥੜਾ ਜਿਹੜਾ ਹੈ ਅੱਜ ਵੀ ਮੌਜੂਦ ਹੈ। ਜਿਸ ਥਾਂ ਤੇ ਬੈਠ ਕਰਕੇ ਸਤਿਗੁਰੂ ਮਹਾਰਾਜ ਨਿਤ ਧਿਆਨ ਲਾਉਂਦੇ ਸਨ ਅੰਮ੍ਰਿਤ ਵੇਲਾ, ਉੱਥੇ ਜਾ ਕਰਕੇ ਸਾਂਭਦੇ ਸਨ। ਮਹਾਰਾਜ ਜੀ ਨੇ ਕਿਹਾ ਨਾ ਅੰਮ੍ਰਿਤ ਵੇਲਾ ਸਚ ਨਾਓ ਵਡਿਆਈ ਵਿਚਾਰ, ਕਿ ਸੱਚੇ ਨਾਮ ਦੀ ਵਡਿਆਈ ਦਾ ਵਿਚਾਰ ਕਰਨ ਦਾ ਪਿਆਰਿਓ ਇਹ ਬਹੁਤ ਵਧੀਆ ਅੰਮ੍ਰਿਤ ਵੇਲਾ ਹੈ। ਭਾਵ ਕਿ ਇਹ ਵੇਲਾ ਜਿਸ ਵਿੱਚ ਆਪਾਂ ਪਰਮਾਤਮਾ ਦੀ ਵਡਿਆਈ ਨੂੰ ਸਾਂਭ ਸਕਦੇ ਹਾਂ। ਤੇ ਇੱਥੇ ਹੀ ਪਿਆਰਿਓ ਸਭ ਤੋਂ ਪਹਿਲੇ ਸਤਿਗੁਰੂ ਮਹਾਰਾਜ ਸੱਚਖੰਡ ਨੂੰ ਜਾ ਕਰਕੇ ਪਹੁੰਚਦੇ ਹਨ। ਇਹ ਉਹੀ ਜੋ ਦਰਿਆ ਹੈ ਤੇ ਜਿੱਥੇ ਵੇਈਂ ਦੇ ਵਿੱਚ ਮਹਾਰਾਜ ਜੀ ਨੇ ਪ੍ਰਵੇਸ਼ ਕਰਨਾ ਕੀਤਾ। ਪ੍ਰਵੇਸ਼ ਕਰਕੇ ਸਿੱਧਾ ਸੱਚਖੰਡ ਗਏ ਤੇ ਉੱਥੋਂ ਮੂਲ ਮੰਤਰ ਦੀ ਦਾਤ ਲੈ ਕਰਕੇ ਆਏ ਤੇ ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਨੇ ਉਦਾਸੀਆਂ ਆਰੰਭ ਕਰ ਦਿੱਤੀਆਂ। ਭਾਵ ਕਿ ਜਗਤ ਜਲੰਦੇ ਨੂੰ ਤਾਰਨ ਵਾਸਤੇ ਥਾਂ ਥਾਂ ਤੇ ਵਿਚਰ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਸਿੱਖੀ ਦਾ ਪ੍ਰਚਾਰ ਕਰਨਾ ਕੀਤਾ, ਲੋਕਾਂ ਨੂੰ ਪਰਮਾਤਮਾ ਦੇ ਨਾਲ ਜੋੜਿਆ ਹੈ। ਹੁਣ ਸਤਿਗੁਰੂ ਮਹਾਰਾਜ ਜਦੋਂ ਕਰਤਾਰਪੁਰ ਸਾਹਿਬ ਦੇ ਵਿੱਚ ਵੀ ਰਹਿੰਦੇ ਸੀ ਤਾਂ ਉੱਥੇ ਵੀ ਸਤਿਗੁਰੂ ਮਹਾਰਾਜ ਨਿਤ ਅੰਮ੍ਰਿਤ ਵੇਲੇ ਰਾਵੀ ਦਰਿਆ ਦੇ ਵਿੱਚ ਇਸ਼ਨਾਨ ਕਰਨਾ। ਇਸ਼ਨਾਨ ਕਰਕੇ ਕਿਉਂਕਿ ਦਰਿਆ ਦੇ ਕੰਢੇ ਆ ਕਰਕੇ ਪ੍ਰਕਿਰਤੀ ਦੇ ਵਿੱਚ ਬੈਠ ਕਰਕੇ ਪਰਮਾਤਮਾ ਜੋ ਹੈ, ਜੋ ਪ੍ਰਕਿਰਤੀ ਦਾ ਕਰਤਾ ਧਰਤਾ ਜੋ ਹੈ, ਉਹਦੇ ਨਾਲ ਸਤਿਗੁਰੂ ਮਹਾਰਾਜ ਲਿਵਲੀਨ ਹੋ ਜਾਂਦੇ ਹਨ। ਕਿਉਂਕਿ ਪਿਆਰਿਓ ਅੱਜ ਵੀ ਆਪ ਜੀ ਜੇ ਦੇਖਣਾ ਕਰੋ, ਬਹੁਤ ਸਾਰੇ ਜੋ ਧਾਰਮਿਕ ਅਸਥਾਨ ਹਨ, ਹਿੰਦੂਆਂ ਦੇ ਹੋਣ ਭਾਵੇਂ ਉਹ ਸਿੱਖਾਂ ਦੇ ਹੋਣ, ਲੇਕਿਨ ਜ਼ਿਆਦਾ ਕਰਕੇ ਧਾਰਮਿਕ ਅਸਥਾਨ ਤਪ ਅਸਥਾਨ ਆਦਿਕ ਇਹ ਪਿਆਰਿਓ ਵੈਣ ਨਦੀ ਦਰਿਆ ਆਦਿਕ ਉਹਨਾਂ ਦੇ ਕੰਢੇ ਦੇ ਉੱਤੇ ਬਹੁਤ ਜ਼ਿਆਦੇ ਹੁੰਦੇ। ਅਸਲ ਦੇ ਵਿੱਚ ਤੀਰਥ ਦਾ ਧਾਮ ਦਾ ਮਤਲਬ ਹੀ ਜਲ ਦੇ ਨਾਲ ਬਣਦਾ। ਤੀਰਥ ਜੋ ਹੈ ਆਪਾਂ ਤੀਰਥ ਬੋਲਦੇ ਹਾਂ, ਧਾਮ ਬੋਲਦੇ ਹਾਂ, ਤੇ ਇਹਦਾ ਮਤਲਬ ਹੀ ਹੈ ਕਿ ਭਾਈ ਜਿੱਥੇ ਜਲ ਦਾ ਪ੍ਰਬੰਧ ਹੈ, ਜੇ ਉਹ ਜਲ ਦੇ ਲਾਗੇ ਛਾਗੇ ਜੋ ਅਸਥਾਨ ਹੁੰਦੇ ਉਹਨਾਂ ਨੂੰ ਧਾਮ ਜਾਂ ਉਹਨਾਂ ਨੂੰ ਤੀਰਥ ਕਿਹਾ ਜਾਂਦਾ। ਇਹ ਪਿਆਰਿਓ ਬਹੁਤ ਗਹਿਰਾ ਸੰਬੰਧ ਹੈ ਜੋ ਨਾਮ ਬਾਣੀ ਦੇ ਅਭਿਆਸੀ ਜੋ ਹਨ ਤੇ ਉਹਨਾਂ ਦਾ ਇਹ ਅਨੁਭਵ ਹੈ ਕਿ ਜਦੋਂ ਆਪਾਂ ਪਾਣੀ ਦੇ ਨਾਲ ਪਾਣੀ ਦੇ ਕੋਲ ਬੈਠ ਕਰਕੇ ਜਦੋਂ ਪ੍ਰਮਾਤਮਾ ਦਾ ਧਿਆਨ ਧਾਰਨ ਕਰਦੇ ਹਾਂ, ਸਿਮਰਨ ਕਰਦੇ ਹਾਂ, ਪਾਣੀ ਦੀ ਪਿਆਰਿਓ ਤਾਸੀਰ ਔਰ ਹੁੰਦੀ ਹੈ। ਤੇ ਪ੍ਰਕਿਰਤੀ ਦੇ ਵਿੱਚ ਤੇ ਪਾਣੀ ਦੇ ਕੋਲ ਬੈਠ ਕਰਕੇ ਆਪ ਜੀ ਤੱਕਣਾ ਕਰੋ, ਜਿੰਨੇ ਵੀ ਜੋ ਪੁਰਾਤਨ ਮੰਦਰ ਹਨ ਉਹ ਸਾਰੇ ਜ਼ਿਆਦਾ ਕਰਕੇ ਤਾਂ ਕਿਸੇ ਦਰਿਆ ਕਿਸੇ ਵੈਣ ਦੇ ਲਾਗੇ। ਤੇ ਸਿੱਖਾਂ ਦੇ ਵੀ ਪਿਆਰਿਓ ਆਪਾਂ ਜੇ ਇਤਿਹਾਸਕ ਗੁਰਦੁਆਰਿਆਂ ਨੂੰ ਵੇਖਦੇ ਹਾਂ, ਤਕਰੀਬਨ ਪਿਆਰਿਓ ਆਪ ਜੀ ਦੇਖਣਾ ਕਰੋ ਹਰ ਅਸਥਾਨ ਜ਼ਿਆਦਾ ਕਰਕੇ ਤਾਂ ਤੇ ਜਲ ਦੇ ਲਾਗੇ ਕੋਈ ਉੱਥੇ ਜਾਂ ਖੂਹ ਹੋਵੇਗਾ ਜਾਂ ਜਲ ਦਾ ਪ੍ਰਵਾਹ ਹੋਵੇਗਾ, ਉਹਦੇ ਲਾਗੇ ਜਿਹੜੇ ਤੀਰਥ ਬਣਾਏ ਜਾਂਦੇ ਸਨ। ਕਿਉਂਕਿ ਜਲ ਦਾ ਤੇ ਨਾਲ ਧਿਆਨ ਦਾ ਪ੍ਰਕਿਰਤੀ ਦਾ ਬਹੁਤ ਗੂੜਾ ਜਿਹੜਾ ਇਹ ਸੰਬੰਧ ਹੈ। ਆਪਾਂ ਜੇ ਹਜੂਰ ਸਾਹਿਬ ਵੀ ਵੇਖਦੇ ਹਾਂ, ਜਿੰਨੇ ਵੀ ਪਿਆਰਿਓ ਸਾਡੇ ਕੋਲ ਇਤਿਹਾਸਕ ਅਸਥਾਨ ਹਨ, ਇੱਕ ਮਾਲ ਟੇਕੜੀ ਜਿਹੜਾ ਥੋੜਾ ਜਿਹਾ ਪਾਸੇ, ਕਿਉਂਕਿ ਮਹਾਰਾਜ ਜੀ ਨੇ ਉੱਥੋਂ ਖਜ਼ਾਨਾ ਜਿਹੜਾ ਕਢਾਉਣਾ ਕੀਤਾ। ਲੇਕਿਨ ਜਿੱਥੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੂਹ ਧਰਤੀ ਹੈ, ਆਪ ਜੀ ਦੇਖਣਾ ਕਰੋ ਹਰ ਇਲਾਕਾ ਹਰ ਅਸਥਾਨ ਜੋ ਹੈ ਗੋਦਾਵਰੀ ਦੇ ਵਹਿਣ ਦੇ ਕੰਢੇ ਦੇ ਉੱਤੇ ਹੈ। ਜੇ ਆਪ ਜੀ ਬਸਮਤ ਵੀ ਚੱਲ ਜਾਓ, ਬੇਸ਼ੱਕ ਪਿਆਰਿਓ ਬਸਮਤ ਦੇ ਵਿੱਚ ਕੋਈ ਵਹਿਣ ਕੋਈ ਦਰਿਆ ਨਹੀਂ ਵਗਦਾ, ਲੇਕਿਨ ਉੱਥੇ ਸਰੋਵਰ ਤਲਾਅ ਸੀ, ਤਲਾਅ ਦੇ ਕੰਢੇ ਸਤਿਗੁਰੂ ਮਹਾਰਾਜ ਜੀ ਨੇ ਡੇਰਾ ਕਰਨਾ ਕੀਤਾ। ਕਹਿਣ ਦਾ ਭਾਵ ਕਿ ਇੱਕ ਤਾਂ ਪਾਣੀ ਦਾ ਖੁੱਲ੍ਹਾ ਪ੍ਰਬੰਧ ਹੁੰਦਾ ਤੇ ਨਾਲ ਜੋ ਪਰਮਾਤਮਾ ਦੇ ਪਿਆਰੇ ਹੁੰਦੇ ਹਨ ਤੇ ਉਹਨਾਂ ਨੂੰ ਜਲ ਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਹੁੰਦਾ ਹੈ, ਦਰਿਆਵਾਂ ਦੇ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਲਗਾਵ ਹੁੰਦਾ। ਤੇ ਜਿੰਨੇ ਵੀ ਪਿਆਰੇ ਤਪ ਅਸਥਾਨ ਆਦਿਕ ਜ਼ਿਆਦਾ ਕਰਕੇ ਤਾਂ ਦਰਿਆ ਦੇ ਕੰਢੇ ਹੁੰਦੇ ਹਨ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਮਹਾਰਾਜ ਵੱਡੇ ਅੰਮ੍ਰਿਤ ਵੇਲੇ ਉੱਠ ਕਰਕੇ ਸੁਚੇਤਾ ਕਰਕੇ ਮਹਾਰਾਜ
ਰਾਵੀ ਦਰਿਆ ਦੇ ਕੰਢੇ ਆ ਕਰਕੇ ਬਹਿ ਜਾਂਦੇ ਸਨ ਧਿਆਨ ਲਾ ਕਰਕੇ। ਚਤਰ ਘਟੀ ਨਿਸਤੇ ਪੁਨ ਆਈ। 4 ਘੜੀਆਂ ਜਦੋਂ ਰਾਤ ਰਹਿ ਜਾਵੇ, ਭਾਵ ਕਿ ਜਦੋਂ ਦਿਨ ਚੜ੍ਹਨ ਵਾਲਾ ਜਦੋਂ ਹੁੰਦਾ ਨਾ, ਉਸ ਤੋਂ ਕੁਝ ਸਮਾਂ ਪਹਿਲਾਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ 5, 5:30 ਵਜੇ ਫਿਰ ਸਤਿਗੁਰੂ ਮਹਾਰਾਜ ਸਮਾਧੀ ਤੋਂ ਉਪਰਾਮ ਹੋ ਕਰਕੇ ਵਾਪਸ ਆਪਣੇ ਘਰ ਕਰਤਾਰਪੁਰ ਸਾਹਿਬ ਦੇ ਵਿੱਚ ਆ ਜਾਂਦੇ। ਬੈਠੇ ਧਰਮਸਾਲ ਸੁਖਦਾਈ। ਉਥੇ ਸੁੱਖਾਂ ਨੂੰ ਦੇਣ ਵਾਲੇ ਸਤਿਗੁਰੂ ਜੀ ਮਹਾਰਾਜ ਧਰਮਸਾਲ ਦੇ ਵਿੱਚ ਬਹਿੰਦੇ ਹਨ। ਹੋਤ ਕੀਰਤਨ ਸ੍ਰੀ ਸਤਨਾਮ। ਉਥੇ ਸਤਨਾਮ ਦਾ ਪ੍ਰਮਾਤਮਾ ਦਾ ਸਦਾ ਕੀਰਤਨ ਹੁੰਦਾ। ਸੁਨਤ ਪ੍ਰੇਮ ਉਪਜੈ ਅਭਿਰਾਮ। ਇਹੋ ਜਿਹਾ ਕੀਰਤਨ ਹੁੰਦਾ ਨਾ ਪਿਆਰਿਓ, ਜਿਹਨੂੰ ਸੁਣ ਕਰਕੇ ਮਨ ਦੇ ਵਿੱਚ ਖੁਦ ਬਾ ਖੁਦ ਪ੍ਰੇਮ ਜਿਹੜਾ ਹੈ ਉਹਦਾ ਉਦਭਵ ਹੁੰਦਾ, ਭਾਵ ਕਿ ਪ੍ਰੇਮ ਪ੍ਰਗਟ ਹੁੰਦਾ। ਸੈਦੋ ਕੀ ਇੱਕ ਸੰਗਤ ਮਾਹੀ। ਉਥੇ ਸੰਗਤ ਦੇ ਵਿੱਚ ਕਰਤਾਰਪੁਰ ਦੇ ਵਿੱਚ ਪਿਆਰਿਓ ਇੱਕ ਸੈਦੋ ਘਿਓ ਜਿਹੜਾ ਹੈ, ਜਿਹਨੇ ਪਿਆਰਿਓ ਬਹੁਤ ਵੱਡਾ ਇਤਿਹਾਸ ਗੁਰੂ ਘਰ ਦਾ ਲਿਖਣਾ ਕੀਤਾ, ਗੁਰਬਾਣੀ ਦਾ ਵੀ ਬਹੁਤ ਜ਼ਿਆਦਾ ਇਹਨੇ ਉਤਾਰਾ ਕੀਤਾ ਹੈ। ਸੈਦੋ ਘਿਓ ਇਹਦਾ ਨਾਮ ਹੈ ਤੇ ਸੈਦੋ ਘਿਓ ਨੇ ਵੇਖ ਕਰਕੇ ਦ੍ਰਿੜ ਸ਼ਰਧਾ ਜਹ ਕੇ ਉਰਮਾਹੀ। ਜਿਹਦੇ ਮਨ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਪ੍ਰਤੀ ਬਹੁਤ ਜ਼ਿਆਦੀ ਦ੍ਰਿੜ ਸ਼ਰਧਾ ਹੈ। ਵੇਖ ਬਿਰਤੰਤ ਗੁਰ ਕੋ ਸੋ ਭਰਮਾ। ਲੇਕਿਨ ਇੱਕ ਦਿਨ ਕੀ ਹੋਇਆ, ਸੈਦੋ ਘਿਓ ਜੋ ਹੈ ਇਹਦਾ ਨਾਮ ਹੈ, ਭਾਈ ਸੈਦੋ ਇਹਦਾ ਨਾਮ ਤੇ ਘਿਓ ਇਹਦੀ ਜਾਤੀ ਹੈ, ਜਾਂ ਕਈ ਕਹਿੰਦੇ ਸੈਦੋ ਇਹਦੀ ਜਾਤੀ ਹੈ ਤੇ ਘਿਓ ਇਹਦਾ ਨਾਮ ਹੈ ਕਰਕੇ। ਚਲੋ ਜੋ ਮਰਜੀ ਹੋ ਜਾਏ, ਪੂਰਾ ਨਾਮ ਸੈਦੋ ਘਿਓ ਇਹਦਾ ਨਾਮ ਹੈ। ਇੱਕ ਦਿਨ ਸਤਿਗੁਰੂ ਮਹਾਰਾਜ ਜੀ ਦੇ ਇਹ ਕੌਤਕ ਵੇਖ ਕਰਕੇ ਇਹ ਭਰਮਿਤ ਹੋ ਗਿਆ, ਇਹ ਭਰਮ ਦੇ ਵਿੱਚ ਪੈ ਗਿਆ। ਲਖ ਨਹਿ ਸਕਿਓ ਗੂੜ ਜੋ ਮਰਮਾ। ਸਤਿਗੁਰੂ ਮਹਾਰਾਜ ਜੀ ਦਾ ਗੂੜਾ ਮਰਮ ਜਿਹੜਾ ਭੇਦ ਜਿਹੜਾ ਇਹਨੇ ਨਹੀਂ ਜਾਣ ਸਕਿਆ। ਇਸ ਬਿਦ ਜਾਨੀ ਤਿਨ ਮਨ ਮਾਹੀ। ਕਵੀ ਰਾਜੀ ਕਹਿੰਦੇ ਹਨ, ਸੈਦੋ ਨੇ ਆਪਣੇ ਮਨ ਦੇ ਵਿੱਚ ਇਹ ਜਾਣਨਾ ਕੀਤਾ, ਇਹ ਨਿਸ਼ਚਾ ਕੀਤਾ। ਨਿਸਮਹਿ ਸ੍ਰੀ ਗੁਰ ਸਰਤਾ ਜਾਹੀ। ਉਹਦੇ ਮਨ ਵਿੱਚ ਆਇਆ, ਲੱਗਦਾ ਅੱਧੀ ਰਾਤ ਨੂੰ ਸਤਿਗੁਰੂ ਮਹਾਰਾਜ ਸਲਤਾ ਜੋ ਹੈ ਦਰਿਆ ਦੇ ਰਾਵੀ ਦੇ ਕੋਲ ਜਾ ਕਰਕੇ ਤਹਾਂ ਬੈਠ ਜਲਪਤ ਕੋ ਸੇਵ। ਲੱਗਦਾ ਸਤਿਗੁਰੂ ਮਹਾਰਾਜ ਉੱਥੇ ਜਾ ਕਰਕੇ ਜਲ ਦਾ ਪਤੀ ਜੋ ਹੈ, ਭਾਵ ਕਿ ਹਿੰਦੂ ਮਤ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਦੇਵੀ ਦੇਵਤਾ ਹਨ। ਕੋਈ ਅੱਗ ਦੀ ਪੂਜਾ ਕਰਦਾ, ਕੋਈ ਪੌਣ ਦੀ ਪੂਜਾ ਕਰਦਾ, ਕੋਈ ਸੂਰਜ ਨੂੰ ਆਪਣਾ ਇਸ਼ਟ ਮੰਨਦਾ, ਕੋਈ ਪਾਣੀ ਨੂੰ ਵਰਣ ਨੂੰ ਆਪਣਾ ਇਸ਼ਟ ਮੰਨਦਾ ਹੈ। ਇਸ ਤਰ੍ਹਾਂ ਇਹਨਾਂ ਦਾ ਆਵਾਹਨ ਕਰਕੇ, ਉਹਨਾਂ ਦਾ ਜਪ ਕਰਕੇ ਸਿੱਧੀਆਂ ਪ੍ਰਾਪਤ ਕਰਦੇ ਹਨ। ਲੇਕਿਨ ਪਿਆਰਿਓ, ਗੁਰੂ ਘਰ ਦੇ ਵਿੱਚ ਮਹਾਰਾਜ ਜੀ ਨੇ ਕਿਹਾ, ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸੁਣ ਮੀਤਾ ਜੀਓ ਹਮਾਰਾ, ਬਲ ਬਲ ਜਾਸੇ ਤੋ ਦਰਸ਼ਨ ਦੇਹੋ ਦਿਖਾਈ। ਸੁਣ ਮੀਤਾ ਧੂੜੀ ਕਾ ਬਲ ਜਾਈ। ਭਾਵ ਕਿ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਨਾਨਕ ਕਹਿ ਕਰ ਕੇਵਲ ਨਾਮ। ਗੁਰੂ ਨਾਨਕ ਦੇ ਘਰ ਦੇ ਵਿੱਚ ਇੱਕ ਪਰਮਾਤਮਾ ਦਾ ਨਾਮ ਹੈ। ਇੱਥੇ ਪਿਆਰਿਓ ਕੋਈ ਦੂਜਾ ਤੀਜਾ ਜਿਹੜਾ ਦਵੈਤ ਦੀ ਗੱਲ ਹੀ ਨਹੀਂ ਹੈ ਕਿ ਕੋਈ ਜਿਹੜਾ ਹੈ ਫਲਾਣੇ ਦੀ ਪੂਜਾ, ਕੋਈ ਫਲਾਣੇ ਦੀ ਕਰ ਰਿਹਾ। ਮਹਾਰਾਜ ਨੇ ਕਹਿ ਦਿੱਤਾ ਨਾ ਕਿ ਭਈ ਪੂਜਾ ਅਕਾਲ ਕੀ, ਸਿਰਫ ਅਕਾਲ ਪੁਰਖ ਪਰਮਾਤਮਾ ਦੀ ਪੂਜਾ ਕਰਨੀ ਹੈ। ਲੇਕਿਨ ਆਪਾਂ ਅਨਮਤੀਆਂ ਜ਼ਿਆਦਾ ਕਰਕੇ ਹਿੰਦੂਆਂ ਦੇ ਵਿੱਚ ਵੇਖਦੇ ਹਾਂ, ਕੋਈ ਜਿਹੜਾ ਹੈ ਫਲਾਣੇ ਦੀ, ਕੋਈ ਵਰਨ ਦੀ ਪੂਜਾ ਕਰਦਾ, ਕੋਈ ਅੱਗ ਦੀ ਪੂਜਾ ਕਰਦਾ। ਇਸ ਤਰ੍ਹਾਂ ਹੀ ਦੂਜੇ ਧਰਮਾਂ ਦੇ ਵਿੱਚ ਵੀ ਪਿਆਰਿਓ ਤਰ੍ਹਾਂ ਤਰ੍ਹਾਂ ਦੀ ਪੂਜਾ, ਵੱਖਵਾਦ ਬਹੁਤ ਜ਼ਿਆਦਾ ਹੈ। ਤੇ ਲੇਕਿਨ ਗੁਰੂ ਘਰ ਦੇ ਵਿੱਚ ਇਸ਼ਟ ਜਿਹੜਾ ਸਿਰਫ ਆਪਣਾ ਪਰਮਾਤਮਾ, ਅਕਾਲ ਪੁਰਖ ਪਰਮਾਤਮਾ ਹੈ। ਇਹਦੇ ਮਨ ਵਿੱਚ ਭੁਲੇਖਾ ਆਇਆ, ਲੱਗਦਾ ਇਹਨੇ ਸੋਚਿਆ ਕਿ ਸਤਿਗੁਰੂ ਮਹਾਰਾਜ ਵਰੁਣ ਦੇਵਤਾ ਦਾ ਉਪਾਸਨਾ ਕਰਦੇ ਹਨ। ਮਨ ਬਾਂਛਤ ਜਾਚਹਿ ਸੋ ਲੇਵਹਿ। ਉਹਦੀ ਸੇਵਾ ਕਰਕੇ ਲੱਗਦਾ ਸਤਿਗੁਰੂ ਮਹਾਰਾਜ ਮਨ ਇੱਛਤ ਫਲ ਦੀ ਪ੍ਰਾਪਤੀ ਵਰੁਣ ਦੇਵਤਾ ਤੋਂ ਕਰਦੇ। ਕਰੀ ਵਰੁਣ ਕੀ ਸੇਵ ਘਨੇਰੇ। ਲੱਗਦਾ ਸਤਿਗੁਰੂ ਮਹਾਰਾਜ ਜੀ ਨੇ ਬਹੁਤ ਜ਼ਿਆਦੀ ਵਰੁਣ ਦੇਵਤਾ ਦੀ ਸੇਵਾ ਕਰਨੀ ਕੀਤੀ। ਜਾਂ ਤੇ ਅਜ਼ਮਤ ਬਧੀ ਬਧੇਰੀ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਅੰਦਰ ਜੋ ਅਜ਼ਮਤ ਹੈ, ਜੋ ਮਹਾਰਾਜ ਜੀ ਦੇ ਅੰਦਰ ਕਲਾ ਹੈ, ਇਹ ਕਲਾ ਔਰ ਕਿੱਥੋਂ ਨਹੀਂ, ਵਰੁਣ ਦੇਵਤਾ ਦੀ ਸੇਵਾ ਕਰਨ ਕਰਕੇ
ਮਹਾਰਾਜ ਜੀ ਨੂੰ ਪ੍ਰਾਪਤ ਹੋਈ। ਇਹ ਸੈਦੋ ਕਿਉਂ ਆਪਣੇ ਮਨ ਵਿੱਚ ਵਿਚਾਰ ਰਿਹਾ? ਕਲਾ ਵਿਸ਼ਾਲ ਤਾਹਿ ਤੇ ਪਾਈ। ਇੰਨੀ ਵੱਡੀ ਜੋ ਕਲਾ ਮਹਾਰਾਜ ਜੀ ਨੇ ਲੱਗਦਾ ਉਥੋਂ ਪ੍ਰਾਪਤ ਕਰਨੀ ਕੀਤੀ। ਸਭ ਜਗ ਕੀ ਲੀਨੀ ਗੁਰਿਆਈ। ਤਾਂ ਹੀ ਤਾਂ ਸਤਿਗੁਰੂ ਮਹਾਰਾਜ ਸਾਰੇ ਜਗਤ ਦੀ ਗੁਰਿਆਈ ਜੋ ਹੈ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਜਾਹਰ ਪੀਰ ਜਗਤ ਗੁਰ ਬਾਬਾ। ਇਹ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਇੰਨੀ ਵੱਡੀ ਵਡਿਆਈ ਵਰੁਣ ਦੀ ਸੇਵਾ ਕਰਕੇ ਪ੍ਰਾਪਤ ਹੋਈ ਹੈ। ਮੈਂ ਅਬ ਸੇਵ ਕਰੂੰ ਬਹੁਤਾ। ਇਹਦੇ ਮਨ ਦੇ ਵਿੱਚ, ਸੈਦੋ ਦੇ ਮਨ ਦੇ ਵਿੱਚ ਇਹ ਭੁਲੇਖਾ ਰਹਿ ਗਿਆ। ਕਿਉਂਕਿ ਪਿਆਰਿਓ ਕਈ ਵਾਰੀ ਕੀ ਹੁੰਦਾ, ਆਪਾਂ ਜਦੋਂ ਕਿੱਥੇ ਜਾਂਦੇ ਆ ਤੇ ਕਈ ਇਸ ਤਰ੍ਹਾਂ ਦੇ ਬੜੇ ਟੋਟਕੇ ਕੱਢ ਦਿੰਦੇ ਹਨ। ਕਈ ਕੁਛ ਕਹਿੰਦਾ, ਕਈਆਂ ਨੇ ਪਿਆਰਿਓ ਇਹ ਸਿੱਧ ਵੀ ਕੀਤਾ ਹੈ। ਕੋਈ ਕਹਿੰਦਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਸ਼ਟ ਜਿਹੜਾ ਹੈ, ਗੁਰੂ ਜਿਹੜਾ ਹੈ, ਕੋਈ ਕਹਿੰਦਾ ਕਬੀਰ ਸਾਹਿਬ ਜੀ ਹੈ। ਨਹੀਂ ਪਿਆਰਿਓ, ਕਬੀਰ ਸਾਹਿਬ ਤਾਂ 200 ਸਾਲ ਪਹਿਲਾਂ ਹੋਏ। ਕੋਈ ਕਹਿੰਦਾ ਕਿ ਵਰੁਣ ਦੇਵਤਾ ਦੀ ਮਹਾਰਾਜ ਜੀ ਉਪਾਸਨਾ ਕਰਦੇ। ਕੋਈ ਕਹਿੰਦਾ ਕਿ ਜੋ ਸੰਤ ਰੇਣ, ਜੋ ਸੰਤ ਹੋਇਆ ਨਾ, ਸਤਿਗੁਰੂ ਮਹਾਰਾਜ ਜੀ ਨੇ ਸੱਚਾ ਸੌਦਾ ਜਿੱਥੇ ਕਰਨਾ ਕੀਤਾ ਤੇ ਉਹ ਮਹਾਰਾਜ ਜੀ ਦਾ ਗੁਰੂ ਸੀ ਕਰਕੇ ਤਰ੍ਹਾਂ ਤਰ੍ਹਾਂ ਦੇ ਲੋਕ ਪਿਆਰਿਓ ਇਸ ਤਰ੍ਹਾਂ ਇਹ ਮਨਮਤੀਆਂ ਦੀ ਗੱਲ ਹੈ। ਉਹ ਕੁਛ ਵੀ ਊਲ ਫਜੂਲ ਜਿਹੜਾ ਹੈ ਇਹ ਭਰਮ ਪਾ ਦੇਣਾ, ਇਹ ਗੁਰੂ ਹੈ, ਉਹ ਗੁਰੂ ਹੈ। ਲੇਕਿਨ ਸਤਿਗੁਰੂ ਮਹਾਰਾਜ ਜੀ ਨੂੰ ਜੇ ਆਪਾਂ ਪੁੱਛਦੇ ਹਾਂ, ਮਹਾਰਾਜ ਆਪ ਜੀ ਦੱਸੋ, ਆਪ ਜੀ ਦਾ ਗੁਰੂ ਕੌਣ ਹੈ? ਤੇ ਮਹਾਰਾਜ ਜੀ ਨੇ ਕਿਹਾ ਨਾ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਸ਼ਬਦ ਗੁਰੂ ਹੈ ਤੇ ਸੁਰਤ ਧੁਨ ਚੇਲਾ। ਜੋ ਸ਼ਬਦ ਅਨਾਹਦ ਨਾਦ ਉਹ ਸਾਡਾ ਗੁਰੂ ਹੈ। ਇੱਕ ਓੰਕਾਰ, ਓੰਕਾਰ ਜੋ ਸ਼ਬਦ ਹੈ ਉਹ ਸਾਡਾ, ਭਾਵ ਕਿ ਪ੍ਰਮਾਤਮਾ ਸਾਡਾ ਗੁਰੂ ਹੈ। ਅਸੀਂ ਉਹਦੇ ਸੁਰਤ ਕਰਕੇ ਚੇਲਾ ਬਣਦੇ ਹਾਂ। ਲੇਕਿਨ ਕਈਆਂ ਨੇ ਇਹੋ ਜਿਹੇ ਬੜੇ ਅਨੁਮਾਨ ਲਾਏ। ਕਿਸੇ ਨੇ ਕੁਛ ਕਿਹਾ ਕਿ ਮਹਾਰਾਜ ਜੀ ਨੂੰ ਉੱਥੋਂ ਸ਼ਕਤੀ ਪ੍ਰਾਪਤ ਹੋਈ ਹੈ, ਕੋਈ ਕਹਿੰਦਾ ਜੀ ਮਹਾਰਾਜ ਜੀ ਨੂੰ ਇੱਥੋਂ ਸ਼ਕਤੀ ਪ੍ਰਾਪਤ ਹੋਈ ਹੈ। ਇੰਜ ਇਹਦੇ ਵੀ ਮਨ ਦੇ ਵਿੱਚ ਇਹ ਭੁਲੇਖਾ ਆ ਗਿਆ। ਇਹਨੇ ਸੋਚਿਆ ਸੈਦੋ ਨੇ, ਪ੍ਰਾਪਤ ਹੋਏ ਕਲਾ ਮੁਝ ਮਾਹੀ। ਇਹਦੇ ਨਾਲ ਮੈਨੂੰ ਵੀ ਬਹੁਤ ਜ਼ਿਆਦੀ ਕਲਾ ਪ੍ਰਾਪਤ ਹੋ ਜਾਵੇਗੀ। ਇਸ ਪ੍ਰਕਾਰ ਉਰ ਮੈਂ ਠਹਿਰਾਈ। ਇਸ ਤਰ੍ਹਾਂ ਭਾਈ ਸੈਦੋ ਨੇ ਆਪਣੇ ਮਨ ਦੇ ਵਿੱਚ ਇਹ ਨਿਸ਼ਚਾ ਕਰਨਾ ਕੀਤਾ। ਬੀਤੀ ਨਿਸ ਜਬ ਪਹਿਰ 28। ਇਹਨੇ ਵੀ ਫਿਰ ਕੀ ਕੀਤਾ ਹੈ, ਜਦੋਂ ਰਾਤ ਬਤੀਤ ਹੋਈ ਹੈ, 2.5 ਪਹਿਰ ਰਾਤ ਜਦੋਂ ਰਹਿ ਗਈ, ਤਬ ਸੋ ਗਮਨਿਓ ਸਰਤਾ ਤੀਰ। ਇਹਨੇ ਵੀ ਰੀਸੋ ਰੀਸੀ ਕਰਦਿਆਂ ਹੋਇਆਂ ਸ਼ਕਤੀ ਪ੍ਰਾਪਤ ਕਰਨ ਵਾਸਤੇ ਇਹ ਵੀ ਰਾਵੀ ਦਰਿਆ ਦੇ ਕੋਲ ਜਾ ਰਿਹਾ ਹੈ। ਮਿਲਿਓ ਪੰਥ ਇੱਕ ਮਨੁੱਖ ਸਰੀਰ। ਲੇਕਿਨ ਕੀ ਹੋਇਆ ਪਿਆਰਿਓ, ਇੱਕ ਦਿਨ ਜਦੋਂ ਇਹ ਰਾਵੀ ਦੇ ਵਿੱਚ ਜਾ ਰਿਹਾ ਸੀ ਨਾ, ਇੱਕ ਮਨੁੱਖ ਜਿਹੜਾ ਇਹਨੂੰ ਰਸਤੇ ਵਿੱਚ ਪ੍ਰਾਪਤ ਹੋਇਆ। ਤਿਸ ਕੇ ਹਾਥ ਵਿਖੇ ਇੱਕ ਮੀਨਾ। ਉਹਦੇ ਹੱਥ ਦੇ ਵਿੱਚ ਉਹਨੇ ਇੱਕ ਮੱਛੀ ਜਿਹੜੀ ਹੈ ਉਹ ਫੜੀ ਹੋਈ ਹੈ। ਦੇਖਤ ਸੈਦੋ ਬੂਝਨ ਕੀ ਨਾ। ਦੇਖ ਕਰਕੇ ਭਾਈ ਸੈਦੋ ਕੀਓ ਨੇ ਉਹਨੂੰ ਪੁੱਛਣਾ ਕੀਤਾ, ਕੌਣ ਹੈ ਤੂੰ ਕਿਤ ਕੋ ਜਾਹੀ। ਪੁੱਛਦਾ ਭਾਈ ਤੂੰ ਕੌਣ ਹੈ ਤੇ ਨਾਲ ਤੂੰ ਕਿੱਥੇ ਜਾ ਰਿਹਾ ਹੈ। ਨਿਸਮਹਿ ਤਸਕਰ ਕੈ ਸਿਖ ਆਹੀ। ਕਿਉਂਕਿ ਰਾਤ ਦੇ ਵਿੱਚ ਜਾਂ ਤਾਂ ਚੋਰ ਵਿਚਰਦੇ ਜਾਂ ਤਾਂ ਗੁਰੂ ਕੇ ਸਿੱਖ ਵਿਚਰਦੇ। ਇਹ ਜੋ ਬਚਨ ਕੀਤਾ ਨਾ ਪਿਆਰਿਓ, ਇਹ ਬੜੇ ਕਮਾਲ ਦਾ ਬਚਨ ਹੈ। ਜਾਂ ਤਾਂ ਚੋਰ ਜਾਂ ਤਾਂ ਸਿੱਖ। ਇੱਕ ਤਰ੍ਹਾਂ ਦੇ ਨਾਲ ਕਦੇ ਆਪ ਜੀ ਦੇਖੋ, ਅੰਮ੍ਰਿਤ ਵੇਲਾ ਜ਼ਿਆਦਾ ਕਰਕੇ ਜੋ ਚੋਰੀਆਂ ਹੁੰਦੀਆਂ ਨਾ, ਅੰਮ੍ਰਿਤ ਵੇਲੇ ਦੇ ਵਿੱਚ ਬਹੁਤ ਜ਼ਿਆਦੀਆਂ ਚੋਰੀਆਂ ਹੁੰਦੀਆਂ। 12-1 ਵਜੇ ਤੱਕ ਤਾਂ ਆਮ ਬੰਦਾ ਜਿਹੜਾ ਜਾਗਰਤ ਰਹਿੰਦਾ। ਉਹ ਤੋਂ ਬਾਅਦ ਹੀ ਪਿਆਰਿਓ ਅਸਲ ਦੇ ਵਿੱਚ ਚੋਰੀਆਂ ਹੁੰਦੀਆਂ ਹਨ। 1 ਵਜੇ ਤੋਂ ਲੈ ਕਰਕੇ 4-5 ਵਜੇ ਤੱਕ ਸਾਰੇ ਲੋਕ ਜਿਹੜੇ ਹਨ ਉਹ ਸੌਂ ਜਾਂਦੇ। ਲੇਕਿਨ ਜਿਹੜਾ ਚੋਰੀ ਦੀ ਬਿਰਤੀ ਰੱਖਣ ਵਾਲਾ ਚੋਰ ਮਨੁੱਖ ਜਿਹੜਾ ਹੈ, ਉਹਨੂੰ ਪਿਆਰਿਓ ਇਹ ਸੁਨਹਿਰੀ ਮੌਕਾ ਹੁੰਦਾ। ਉਹ ਇਹ ਸਮੇਂ ਦੇ ਵਿੱਚ ਉਹ ਜਾਗਰਤ ਰਹਿੰਦਾ। ਲੇਕਿਨ ਉਹਦੀ ਭਾਵਨਾ ਉਲਟ ਹੁੰਦੀ ਹੈ, ਗਲਤ ਉਹਦੀ ਭਾਵਨਾ ਹੁੰਦੀ ਹੈ। ਉਹ ਕਿਉਂ ਜਾਗਰਤ ਰਹਿੰਦਾ? ਕਿਉਂਕਿ ਪਤਾ ਹੁੰਦਾ ਕਿ ਭਾਈ ਸਾਰੇ ਸੌਂ ਗਏ, ਹੁਣ ਵਧੀਆ ਮੈਨੂੰ ਮੌਕਾ ਲੱਗੇਗਾ, ਮੈਂ ਜਾ ਕਰਕੇ ਚੋਰੀ ਕਰਨੀ ਹੈ। ਲੇਕਿਨ ਪਿਆਰਿਓ ਨਾਲ ਜਿਹੜੇ ਹਨ ਗੁਰੂ ਕੇ ਸਿੱਖ ਜਿਹੜੇ ਹਨ ਉਹ ਵੀ ਜਾਗਰਤ ਰਹਿੰਦੇ ਹਨ ਅੰਮ੍ਰਿਤ ਵੇਲੇ। ਚੋਰ ਵੀ ਜਾਗਰਤ ਰਹਿੰਦਾ, ਲੇਕਿਨ ਉਹਦੀ ਬਿਰਤੀ ਮਾੜੀ ਹੈ ਚੋਰੀ ਕਰਨ ਵਾਸਤੇ। ਲੇਕਿਨ ਗੁਰੂ ਕਾ ਸਿੱਖ ਪਿਆਰਿਓ ਅੰਮ੍ਰਿਤ ਵੇਲਾ ਸਾਂਭਣ ਦੇ ਵਾਸਤੇ
ਉਹ ਵੀ ਸੁਚੇਤ ਹੋ ਜਾਂਦਾ, ਜਾਗਰਤ ਹੋ ਜਾਂਦਾ। ਤੇ ਕਈ ਵਾਰੀ ਪਿਆਰਿਓ ਕਈਆਂ ਨੇ ਸਾਨੂੰ ਵੀ ਪੁੱਛਿਆ, ਆਮ ਆਪਾਂ ਸ਼ਹਿਰ ਦੇ ਵਿੱਚ ਵੇਖਦੇ ਆ ਨਾ, ਹਜੂਰ ਸਾਹਿਬ ਦੇ ਵਿੱਚ ਜੇ ਆਪ ਜੀ ਸਰਵੇ ਕਰਨਾ ਕਰੋ ਤੇ ਦੂਜੇ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਚੋਰੀ ਹੁੰਦੀ ਹੈ, ਬਹੁਤ ਚੋਰੀ ਤੇ ਬਹੁਤ ਘਰ ਫੋੜੀ ਆਦਿਕ ਹੁੰਦੀ, ਲੇਕਿਨ ਆਪਣੇ ਇਲਾਕੇ ਦੇ ਵਿੱਚ ਪਿਆਰਿਓ ਜ਼ਿਆਦੀਆਂ ਚੋਰੀਆਂ ਨਹੀਂ ਹੁੰਦੀਆਂ। ਇਹਦਾ ਇੱਕ ਕਾਰਨ ਇਹ ਵੀ ਹੈ ਕਿਉਂਕਿ ਜ਼ਿਆਦਾ ਕਰਕੇ ਚੋਰ ਜਿਹੜੇ ਹਨ ਇਹ ਅੰਮ੍ਰਿਤ ਵੇਲੇ ਚੋਰੀ ਕਰਦੇ, ਤੇ ਚੋਰ ਪਿਆਰਿਓ ਚੋਰੀ ਉਦੋਂ ਕਰਦਾ ਜਦੋਂ ਸਾਰੇ ਸੌਂ ਜਾਂਦੇ ਹਨ। ਲੇਕਿਨ ਆਪਣੇ ਇਲਾਕਿਆਂ ਦੇ ਵਿੱਚ ਕਈ ਜੋ ਜਿਗਿਆਸੂ ਗੁਰੂ ਕੇ ਪਿਆਰੇ ਉਹ ਅੰਮ੍ਰਿਤ ਵੇਲੇ ਸੁਚੇਤ ਹੋ ਕਰਕੇ ਗੁਰੂ ਕੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ। ਕੋਈ ਦਰਸ਼ਨ ਕਰਕੇ ਜਾਂਦਾ ਹੈ, ਕਈ ਪਾਠੀ ਸਿੰਘ ਵੀ ਵਿਚਰਦੇ, ਇਹਨਾਂ ਨੂੰ ਵੇਖ ਕਰਕੇ ਚੋਰ ਡਰ ਜਾਂਦਾ, ਉਹਨੂੰ ਲੱਗਦਾ ਮੈਂ ਜੇ ਚੋਰੀ ਕਰਾਂਗਾ ਤਾਂ ਭਾਈ ਕੰਮ ਖਰਾਬ ਹੋ ਜਾਵੇਗਾ, ਮੈਂ ਫੜਿਆ ਜਾਵਾਂਗਾ, ਇਸ ਕਰਕੇ ਕੰਮ ਨਹੀਂ ਕਰਦੇ। ਆਮ ਆਪ ਜੀ ਦੇਖਣਾ ਕਰੋ ਤੇ ਅੰਮ੍ਰਿਤ ਵੇਲੇ ਸ਼ਹਿਰ ਦੇ ਵਿੱਚ ਜਾਓ, ਸਾਰੀਆਂ ਦੁਕਾਨਾਂ ਬੰਦ ਹੋ ਜਾਂਦੀਆਂ, ਈਵਨ ਕਿ ਮੈਡੀਕਲ ਜਿਹੜਾ ਮੈਡੀਕਲ ਸਟੋਰ ਦਵਾਖਾਨੇ ਵੀ ਬੰਦ ਹੋ ਜਾਂਦੇ ਹਨ। ਲੇਕਿਨ ਕਦੇ ਆ ਕਰਕੇ ਆ ਸੜਕ ਜਿਹੜੀ ਹੈ ਤਖਤ ਸਾਹਿਬ ਤੋਂ ਲੰਗਰ ਸਾਹਿਬ ਤੱਕ, ਇਸ ਸੜਕ ਦੇ ਵਿੱਚ ਬੜੀ ਗਹਿਮਾ ਗਹਿਮੀ ਹੁੰਦੀ ਹੈ, ਦੁਕਾਨਾਂ ਖੁੱਲ੍ਹ ਜਾਂਦੀਆਂ, ਕਿਉਂਕਿ ਉਹ ਜੋ ਬਿਜ਼ਨਸ ਕਰਨ ਵਾਲੇ ਦੁਕਾਨਦਾਰਾਂ ਨੂੰ ਵੀ ਪਤਾ ਹੁੰਦਾ ਕਿ ਭਾਈ ਹੁਣ ਸੰਗਤ ਜਿਹੜੀ ਹੈ ਅੰਮ੍ਰਿਤ ਵੇਲੇ ਗੁਰੂ ਘਰ ਦੇ ਵਿੱਚ ਜਾਵੇਗੀ, ਕਿਹਨੇ ਪ੍ਰਸ਼ਾਦ ਲੈਣਾ, ਕਿਹਨੇ ਰੁਮਾਲਾ ਲੈਣਾ, ਇਹਦੇ ਵਾਸਤੇ ਉਹ ਵੀ ਆਪਣਾ ਪ੍ਰਬੰਧ ਕਰਦੇ ਹਨ। ਕਹਿਣ ਦਾ ਭਾਵ ਕਿ ਇਹਦੇ ਮਨ ਵਿੱਚ ਆਇਆ ਕਿ ਜਾਂ ਤਾਂ ਇਹ ਚੋਰ ਹੋਵੇ, ਸੁਣ ਕੇ ਉੱਤਰ ਦੀਨੂ ਤਾਂ ਹੀ, ਸੁਣ ਕਰਕੇ ਸੈਦੋ ਨੂੰ ਉਹਨੇ ਉੱਤਰ ਦੇਣਾ ਕੀਤਾ, ਮੁਝ ਕੋ ਤਸਕਰ ਲਖੀਏ ਨਾਹੀ, ਕਹਿੰਦਾ ਕਿ ਭਾਈ ਤੂੰ ਮੈਨੂੰ ਚੋਰ ਨਾ ਜਾਣਨਾ ਕਰ, ਸਗਰੀ ਸਰਤਾ ਕੋ ਪਤ ਜਾਨੋ, ਇਹ ਸਾਰੀ ਸਰਤਾ ਜੋ ਹੈ, ਨਦੀ ਜੋ ਹੈ, ਪਾਣੀ ਜਿੱਥੇ ਵੀ ਪਾਣੀ ਹੈ ਨਾ, ਮੈਂ ਪਾਣੀ ਦਾ ਪਤੀਆਂ ਮਾਲਕ ਹਾਂ, ਨਾਮ ਵਰੁਣ ਮੇਰੂ ਪਹਿਚਾਨੋ, ਮੇਰਾ ਨਾਮ ਤੂੰ ਵਰੁਣ ਦੇਵਤਾ ਕਰਕੇ ਜਾਣਨਾ ਕਰ, ਸ੍ਰੀ ਗੁਰੂ ਕੋ ਹਾਂ ਪੂਜਨ ਜਾਵਾਂ, ਕਹਿੰਦਾ ਕਿ ਸਤਿਗੁਰੂ ਮਹਾਰਾਜ ਜੀ ਦੀ ਪੂਜਾ ਕਰਨ ਵਾਸਤੇ ਮੈਂ ਰੋਜ਼ ਚੱਲ ਕਰਕੇ ਜਾਂਦਾ ਹਾਂ, ਮਹਾਰਾਜ ਜੀ ਦੀ ਪੂਜਾ ਕਰਨ ਵਾਸਤੇ, ਦਰਸ਼ਨ ਨਿਤਾ ਪ੍ਰਤ ਕਰ ਆਵਾਂ, ਨਿਤਾ ਪ੍ਰਤ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ, ਚਰਨ ਸਪਰਸ਼ ਕਰਕੇ ਗੁਪਤ ਤੌਰ ਤੇ ਮੈਂ ਵਾਪਸ ਪਾਣੀ ਵਿੱਚ ਆ ਕਰਕੇ ਸਮਾ ਜਾਂਦਾ। ਸੁਣ ਕੇ ਸੈਦੋ ਗਿਰਾ ਉਚਾਰੀ, ਸੁਣ ਕਰਕੇ ਸੈਦੋ ਨੇ ਵਰੁਣ ਦੇਵਤਾ ਦੇ ਤਾਂ ਹੀ ਬਚਨ ਉਚਾਰਨ ਕੀਤਾ, ਮੈਂ ਤੋ ਉਰ ਕਛ ਔਰ ਵਿਚਾਰੀ, ਕਹਿੰਦਾ ਕਿ ਐ ਵਰੁਣ ਦੇਵਤਾ ਮੈਂ ਤਾਂ ਮਨ ਵਿੱਚ ਕੁਛ ਔਰ ਹੀ ਮਨ ਵਿੱਚ ਵਿਚਾਰ ਕਰਕੇ ਬੈਠਿਆ ਸੀ, ਸ੍ਰੀ ਗੁਰ ਸੇਵਾ ਕਰਹਿ ਤੁਮਾਰੀ, ਮੈਨੂੰ ਲੱਗਦਾ ਸੀ ਕਿ ਰੋਜ਼ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਆਪ ਚੱਲ ਕਰਕੇ ਆਪ ਸਤਿਗੁਰੂ ਮਹਾਰਾਜ ਜਾਂਦੇ ਹਨ, ਰਾਵੀ ਦਰਿਆ ਦੇ ਵਿੱਚ ਇਸ਼ਨਾਨ ਕਰਦੇ, ਇਸ਼ਨਾਨ ਕਰਕੇ ਉੱਥੇ ਹੀ ਕੰਢੇ ਦੇ ਉੱਤੇ ਚੌਂਕੜਾ ਮਾਰ ਕਰਕੇ ਬਹਿ ਜਾਂਦੇ ਹਨ, ਤੇ ਮੈਨੂੰ ਲੱਗਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਵੀ ਇੱਥੇ ਇਸ਼ਨਾਨ ਕਰਕੇ ਇਹਦਾ ਆਵਾਹਨ ਕਰਨ ਵਾਸਤੇ, ਵਰੁਣ ਦੇਵਤਾ ਦੀ ਪੂਜਾ ਕਰਨ ਵਾਸਤੇ ਤਾਂ ਨਹੀਂ ਜਾ ਰਹੇ ਹਨ। ਇਸ ਤਰ੍ਹਾਂ ਪਿਆਰਿਓ ਕਈਆਂ ਨੂੰ ਬਹੁਤ ਜ਼ਿਆਦਾ ਭੁਲੇਖਾ ਲੱਗ ਜਾਂਦਾ, ਤੇ ਜਿਸ ਤਰ੍ਹਾਂ ਕਿ ਆਪਾਂ ਵੇਖਦੇ ਹਾਂ ਕੋਈ ਦਵਾਖਾਨਾ ਹੋਵੇ ਨਾ, ਦਵਾਖਾਨੇ ਦੇ ਵਿੱਚ ਜਿਹੜਾ ਵੀ ਬੰਦਾ ਜਾਂਦਾ ਆਪਾਂ ਨੂੰ ਲੱਗਦਾ ਕਿ ਯਾਰ ਇਹ ਮਰੀਜ਼ ਬੰਦਾ ਹੈ, ਜ਼ਿਆਦਾ ਕਰਕੇ ਮਰੀਜ਼ ਹੀ ਜਾਂਦੇ ਹਨ ਦਵਾਖਾਨੇ ਦੇ ਵਿੱਚ, ਗੱਲ ਪਿਆਰਿਓ ਸਹੀ ਵੀ ਹੈ, ਲੇਕਿਨ ਇੱਕ ਆਧਾ ਡਾਕਟਰ ਵੀ ਜਿਹੜਾ ਜ਼ਰੂਰ ਜਾਂਦਾ, ਲੇਕਿਨ ਕਈ ਵਾਰੀ ਆਪਾਂ ਨੂੰ ਜੇ ਭੁਲੇਖਾ ਲੱਗ ਜਾਵੇ, ਆਪਾਂ ਜੇ ਪਰਖ ਨਹੀਂ ਕਰ ਸਕਦੇ ਹਾਂ ਤੇ ਸਾਨੂੰ ਲੱਗਦਾ ਇਹ ਵੀ ਮਰੀਜ਼ ਹੈ, ਲੇਕਿਨ ਡਾਕਟਰ ਵੀ ਪਿਆਰਿਓ ਜ਼ਰੂਰ ਦਵਾਖਾਨੇ ਦੇ ਵਿੱਚ ਜਾਂਦਾ। ਤੇ ਫਰੀਦ ਸਾਹਿਬ ਜੀ ਨੇ ਇਸ ਪ੍ਰਥਾਏ ਬਚਨ ਕਰਨਾ ਕੀਤਾ ਕਿ ਫਰੀਦਾ ਕਿ ਹੰਸ ਉਡਰ ਕੋਦਰੇ ਪਿਆ ਲੋਕ ਬਿਡਾਰਨ ਜਾਏ, ਗਹਿਲਾ ਲੋਕ ਨਾ ਜਾਣਈ ਹੰਸ ਨਾ ਕੋਦਰਾ ਖਾਏ, ਕਿ ਇੱਕ ਵਾਰੀ ਕੀ ਹੋਇਆ, ਉੜਦੇ ਉੜਦੇ ਹੰਸ ਦੇ ਮਨ ਦੇ ਵਿੱਚ ਆਇਆ ਕਿ ਚਲੋ ਜੀ ਆਪਾਂ ਇੱਥੇ ਬੈਠਣਾ ਕਰੀਏ, ਕਲਰੀ ਧਰਤੀ ਦੇ ਉੱਤੇ ਆ ਕਰਕੇ ਹੰਸਾਂ ਦਾ ਜੋੜਾ ਬੈਠ ਗਿਆ, ਕੋਦਰੇ ਦੀ ਖੇਤੀ ਹੈ, ਲੋਕਾਂ ਨੂੰ ਲੱਗਿਆ ਕਿ ਭਾਈ ਇਹ ਬੱਗ ਹੈ, ਉਹਨਾਂ ਨੂੰ ਭੁਲੇਖਾ ਲੱਗ ਗਿਆ, ਉਹਨਾਂ ਨੂੰ ਲੱਗਿਆ ਕਿ ਇਹ ਹੰਸ ਨਹੀਂ ਹੈ, ਇਹ ਇਹਨਾਂ ਨੇ ਆ ਕਰਕੇ ਕੋਦਰੇ ਦੀ ਖੇਤੀ ਸਾਡੀ ਉਜਾੜ ਦੇਣੀ ਹੈ, ਖਾ ਜਾਣਾ ਹੈ, ਤੇ ਉਹਨੂੰ ਭਜਾਉਣ ਵਾਸਤੇ ਲੋਕੀ ਉਹਨਾਂ ਦੇ ਮਗਰ ਲੱਗ ਗਏ।
ਲੇਕਿਨ ਉਹਨਾਂ ਮੂਰਖਾਂ ਨੂੰ ਪਤਾ ਨਹੀਂ ਸੀ ਹੈ ਕਿ ਭਾਈ ਇਹ ਹੰਸ ਹੈ। ਇਹ ਤਾਂ ਹੰਸ ਉਂਝੀ ਆਪਣੀ ਮੌਜ ਦੇ ਵਿੱਚ ਆ ਕਰਕੇ ਬੈਠ ਗਿਆ ਤੇ ਇਹਨੇ ਫਿਰ ਤੁਹਾਡਾ ਕੋਦਰਾ ਥੋੜੀ ਖਾਣਾ ਹੈ। ਇਹ ਕੋਦਰਾ ਕਦੇ ਛਕਦਾ ਨਹੀਂ ਹੈ। ਤੇ ਜਦੋਂ ਲਾਗੇ ਜਾ ਕਰਕੇ ਬੈਠੇ ਉੱਥੇ ਕੀ ਤੱਕਦੇ ਹਨ, ਜਿੱਥੇ ਹੰਸ ਬੈਠੇ ਹੋਏ ਸਨ ਉਹਨਾਂ ਨੇ ਮੋਤੀਆਂ ਨੂੰ ਉਲਝ ਕਰਕੇ ਗਲਚ ਕਰਕੇ ਜਾਣਾ ਕੀਤਾ। ਉੱਥੇ ਮੋਤੀ ਪਏ ਹੋਏ। ਫਿਰ ਉਹਨਾਂ ਨੂੰ ਪਛਤਾਪ ਹੋਇਆ। ਉਹਨਾਂ ਨੂੰ ਲੱਗਿਆ ਕਿ ਲਓ ਭਾਈ ਆਪਾਂ ਤਾਂ ਗਲਤ ਸਮਝੇ ਹਾਂ। ਸਾਨੂੰ ਤਾਂ ਲੱਗਿਆ ਕਿ ਇਹਨਾਂ ਨੇ ਕੋਦਰੇ ਦੀ ਖੇਤੀ ਖਾ ਜਾਣੀ ਹੈ, ਲੇਕਿਨ ਖੇਤੀ ਖਾਣਾ ਕੀ ਹੈ, ਇਹ ਤਾਂ ਸਾਨੂੰ ਹੀਰਾ ਮੋਤੀ ਦੇਣ ਵਾਸਤੇ ਆਏ ਹਨ। ਕਈ ਵਾਰੀ ਪਿਆਰਿਓ ਸਤਿਗੁਰੂ ਮਹਾਰਾਜ ਜੀ ਵੀ ਇਹੀ ਤਾਂ ਪਿਆਰਿਓ ਬਹੁਤ ਜ਼ਿਆਦਾ ਕਠਿਨਾਈ ਹੁੰਦੀ ਹੈ। ਆਮ ਲੋਕ ਜੋ ਹਨ ਤੀਰਥਾਂ ਦੀ ਯਾਤਰਾ ਕਰਨ ਵਾਸਤੇ ਜਾਂਦੇ ਹਨ, ਲੇਕਿਨ ਸਤਿਗੁਰੂ ਮਹਾਰਾਜ ਜੀ ਵੀ ਤੀਰਥਾਂ ਤੇ ਜਾਂਦੇ ਕਿਉਂ? ਤੀਰਥਾਂ ਨੂੰ ਪਵਿੱਤਰ ਕਰਨ ਵਾਸਤੇ। ਕਿਲਵਿਖ ਮੈਲ ਭਰੇ ਭਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਲੋਕਾਂ ਨੂੰ ਤਾਂ ਇਹੀ ਲੱਗਦਾ, ਕਈ ਇਹ ਵੀ ਪ੍ਰਚਾਰ ਕਰਦੇ ਕਿ ਲਓ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹ ਤੀਰਥ ਦੀ ਯਾਤਰਾ ਕੀਤੀ, ਮੱਕੇ ਦੀ ਯਾਤਰਾ ਕੀਤੀ, ਬਗਦਾਦ ਦੇ ਵਿੱਚ ਗਏ। ਲੇਕਿਨ ਜਦੋਂ ਤੱਕ ਤੁਹਾਨੂੰ ਇਤਿਹਾਸ ਦਾ ਪਤਾ ਨਹੀਂ ਹੋਵੇਗਾ ਇਹ ਭੰਬਲ ਭੂਸਿਆਂ ਦੇ ਵਿੱਚ ਪਏ ਹੋਏ ਰਹਿ ਜਾਓਗੇ। ਤੀਰਥਾਂ ਤੇ ਜਾਂਦਾ, ਲੇਕਿਨ ਸਤਿਗੁਰੂ ਮਹਾਰਾਜ ਜਦੋਂ ਤੀਰਥਾਂ ਤੇ ਜਾਂਦੇ ਤੇ ਤੀਰਥਾਂ ਦੀ ਮਲ ਨੂੰ ਲਾਉਣ ਵਾਸਤੇ, ਤੀਰਥਾਂ ਤੇ ਜੋ ਪਖੰਡ ਚੱਲਦਾ ਹੈ, ਕਿਉਂਕਿ ਸਭ ਤੋਂ ਜ਼ਿਆਦਾ ਪਖੰਡ ਪਿਆਰਿਓ ਧਾਰਮਿਕ ਅਸਥਾਨਾਂ ਤੇ ਹੁੰਦਾ ਜ਼ਿਆਦਾ ਕਰਕੇ। ਬਹੁਤ ਜ਼ਿਆਦਾ ਕਈ ਥਾਵਾਂ ਤੇ ਆਪਾਂ ਵੇਖਦੇ ਹਾਂ ਕਰਮ ਕਾਂਡ ਹੁੰਦਾ ਹੈ, ਲੋਕੀ ਠੱਗਦੇ ਹਨ ਤੇ ਮਹਾਰਾਜ ਜੀ ਉੱਥੇ ਜਾ ਕਰਕੇ ਉਹਨਾਂ ਦੇ ਕਰਮ ਕਾਂਡਾਂ ਦਾ ਖੰਡਨ ਕਰਨਾ ਕੀਤਾ ਤੇ ਉਹਨਾਂ ਦੇ ਅੰਦਰ ਜੋ ਮਲ ਲੱਗੀ ਹੋਈ ਹੈ ਉਹਦੀ ਨਿਵਰਤੀ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਗਿਆਨ ਦਾ ਉਪਦੇਸ਼ ਦਿੱਤਾ। ਤੇ ਇਹਨੂੰ ਵੀ ਇਹ ਭੁਲੇਖਾ ਲੱਗਿਆ, ਇਹਨੇ ਕਿਹਾ ਵਰਨ ਨੂੰ ਕਿ ਮੈਨੂੰ ਤਾਂ ਇਹੀ ਸੋਚਿਆ ਸੀ ਕਿ ਸਤਿਗੁਰੂ ਮਹਾਰਾਜ ਤੇਰਾ ਆਵਾਹਨ ਕਰਨ ਵਾਸਤੇ ਜਾਂਦੇ ਹਨ ਜਾਂ ਤੇ ਅਜ਼ਮਤ ਵੀ ਤਿੰਨ ਭਾਰੀ। ਇਸ ਕਰਕੇ ਮੈਂ ਸੋਚਿਆ ਕਿ ਤੇਰੀ ਸੇਵਾ ਕਰਨ ਕਰਕੇ ਮਹਾਰਾਜ ਜੀ ਨੂੰ ਕਲਾ ਦੀ ਪ੍ਰਾਪਤੀ, ਅਜ਼ਮਤ ਦੀ ਪ੍ਰਾਪਤੀ ਹੋ ਗਈ ਹੈ। ਰਿੱਧ ਸਿੱਧ ਤੁਮ ਤੇ ਸਭ ਪਾਈ। ਜਿੰਨੀਆਂ ਵੀ ਮਹਾਰਾਜ ਜੀ ਦੇ ਕੋਲ ਕਲਾਵਾਂ ਹਨ, ਰਿੱਧੀਆਂ ਸਿੱਧੀਆਂ, ਮੈਨੂੰ ਲੱਗਿਆ ਕਿ ਮਹਾਰਾਜ ਜੀ ਨੇ ਤੈਤੋਂ ਪ੍ਰਾਪਤ ਕੀਤੀਆਂ। ਇਸ ਬਿਦ ਕੀ ਗਤ ਚਿਤ ਠਹਿਰਾਈ। ਇਸ ਤਰ੍ਹਾਂ ਮੈਨੇ ਆਪਣੇ ਮਨ ਦੇ ਵਿੱਚ ਸੋਚਣਾ ਕੀਤਾ, ਇਹ ਮਾਰੀ ਗਲਤ ਫਹਿਮੀ ਸੀ। ਚਲਿਓ ਹੁਤੋ ਤਉ ਸੇਵਾ ਕਾਰਨ। ਤੇਰੀ ਸੇਵਾ ਕਰਨ ਵਾਸਤੇ ਮੈਨੂੰ ਵੀ ਇਹੀ ਭੁਲੇਖਾ ਲੱਗ ਗਿਆ। ਸੈਦੋ ਹੁਣ ਅਸਲੀ ਗੱਲ ਕਰਦਾ, ਕਹਿੰਦਾ ਕਿ ਭਾਈ ਮੇਰੇ ਮਨ ਵਿੱਚ ਆਇਆ ਕਿ ਮਹਾਰਾਜ ਜੀ ਵਰੁਣ ਦਾ ਆਵਾਹਨ ਕਰਦੇ, ਉਹਦੀ ਪੂਜਨ ਸੇਵਨ ਕਰਕੇ ਅਜ਼ਮਤਾਂ ਨੂੰ ਪ੍ਰਾਪਤ ਕਰਨਾ ਕੀਤਾ। ਕਿਉਂ ਨਾ ਮੈਂ ਵੀ ਜਾਵਾਂ ਵਰੁਣ ਦੀ ਪੂਜਾ ਕਰਕੇ, ਮੈਂ ਵੀ ਅਜ਼ਮਤ ਦੀ ਪ੍ਰਾਪਤੀ ਕਰਾਂ। ਇਸ ਕਰਕੇ ਮੈਂ ਆਪ ਤੇਰੇ ਕੋਲ ਚੱਲ ਕਰਕੇ ਆ ਰਿਹਾ ਸੀ। ਮਿਲ ਕੇ ਤੁਮ ਸਭ ਕੀਨ ਉਚਾਰ। ਲੇਕਿਨ ਅਗੋਂ ਤੂੰ ਮੈਨੂੰ ਮਿਲ ਗਿਆ, ਮਿਲ ਕਰਕੇ ਮੈਨੂੰ ਕਹਿ ਦਿੱਤਾ, ਹੁਣ ਮੇਰੇ ਮਨ ਦਾ ਸ਼ੰਕਾ ਖਤਮ ਹੋ ਗਿਆ ਹੈ। ਤੁਮ ਜੋ ਤਿਨ ਕੋ ਪੂਜਨ ਜਾਵਾ। ਤੂੰ ਆਪ ਵਰਣ ਦੇਵਤਾ ਮਹਾਰਾਜ ਜੀ ਦੀ ਪੂਜਾ ਕਰਨ ਵਾਸਤੇ ਜਾਂਦਾ। ਹਾਂ ਨਿਜ ਮਨ ਕੋ ਕਿਉਂ ਪਰਮਾਵਾ। ਫਿਰ ਮੈਂ ਆਪਣੇ ਮਨ ਨੂੰ ਕਿਉਂ ਭਰਮਿਤ ਕਰਨਾ ਕਰਾਂ, ਮੈਂ ਹੁਣ ਤੇਰੇ ਪਾਸੇ ਕਿਉਂ ਲੱਗਣਾ ਕਰਾਂ। ਕਿਉਂਕਿ ਜੇ ਪਿਆਰਿਓ ਨੌਕਰਾਂ ਦੇ ਮਗਰ ਲੱਗ ਜਾਓਗੇ ਤੇ ਨੌਕਰ ਬਣ ਕੇ ਰਹਿ ਜਾਓਗੇ। ਜੇ ਸਿੱਧਾ ਤੁਹਾਡੀ ਪਹੁੰਚ ਰਾਜੇ ਦੇ ਨਾਲ ਹੋ ਜਾਵੇਗੀ ਤੇ ਫਿਰ ਤੁਸੀਂ ਰਾਜੇ ਦੇ ਮਿੱਤਰ, ਰਾਜੇ ਬਣ ਕੇ ਰਹਿ ਜਾਓਗੇ। ਇਸ ਕਰਕੇ ਪਿਆਰਿਓ ਜੋ ਦੇਵੀ ਦੇਵਤੇ ਆ ਛੋਟੇ ਮੋਟੇ ਤੇ ਇਹ ਉਹਨਾਂ ਦੇ ਰੱਬ ਦੇ ਦਾਸਾਂ ਦੇ ਦਾਸ ਹਨ। ਜੇ ਉਹਨਾਂ ਦੀ ਸੇਵਾ ਕਰੋਗੇ, ਚਾਕਰੀ ਕਰੋਗੇ, ਮਾਂ ਮਾਈ ਕੀ ਪੂਜਾ ਕਰੈ, ਨਰਸੈ ਨਾਰ ਹੋਏ ਅਵਤਰੈ, ਤੇ ਫਿਰ ਤੁਸੀਂ ਅੱਗੋਂ ਉਹਨਾਂ ਦੇ ਸੇਵਕ ਬਣ ਜਾਣਾ। ਲੇਕਿਨ ਜੇ ਡਾਇਰੈਕਟ ਤੁਸੀਂ ਪਰਮਾਤਮਾ ਦੇ ਨਾਲ, ਗੁਰੂ ਸਾਹਿਬਾਨਾਂ ਦੇ ਨਾਲ ਜੁੜ ਗਏ ਤੇ ਗੁਰੂ ਕੇ ਸਿੱਖ ਬਣ ਜਾਣਾ ਹੈ, ਗੁਰੂ ਕੇ ਨਾਲ ਤੁਸੀਂ ਮਿਲ ਜਾਣਾ ਹੈ। ਇਹੀ ਤਾਂ ਪਿਆਰਿਓ ਬਹੁਤ ਕਠਿਨਾਈ ਹੈ। ਅੱਜ ਵੀ ਕਈ ਵਾਰੀ ਕਈ ਸਿੱਖ ਪਿਆਰਿਓ ਇਹ ਕਹਿੰਦੇ ਕਿ ਮੈਂ ਜੀ ਸਿੱਖੀ ਫਲਾਣੇ ਬਾਬੇ ਤੋਂ ਲਈ ਹੈ, ਮੈਨੇ ਫਲਾਣੇ ਬਾਬੇ ਤੋਂ ਅੰਮ੍ਰਿਤ ਛਕਣਾ ਕੀਤਾ, ਮੈਂ ਤਾਂ ਫਲਾਣੇ ਬਾਬੇ ਦਾ ਸਿੱਖ ਹਾਂ। ਪਿਆਰਿਓ ਆ ਬਾਬੇ ਸ਼ਾਬੀਆਂ ਨੂੰ ਛੱਡ ਦਿਓ, ਸਿੱਧਾ ਡਾਇਰੈਕਟ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ, ਗੁਰੂ ਘਰ ਦੇ ਨਾਲ ਜੁੜਨਾ ਕਰੋ। ਐਵੇਂ ਉਹਨਾਂ ਦੇ ਨਾਲ ਜੁੜ ਕੇ ਕੀ ਹੈ, ਸਾਰਿਆਂ ਦਾ ਗੁਰੂ ਜਿਹੜਾ ਸਭ ਤੋਂ ਵੱਡਾ ਸਤਿਗੁਰੂ ਨਾਨਕ,
ਤੇ ਜਿਨ ਕਲ ਰਾਖੀ ਮੇਰੀ। ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਕਿ ਸਤਿਗੁਰੂ ਮਹਾਰਾਜ ਨੂੰ ਛੱਡ ਕਰਕੇ ਤੁਸੀਂ ਅੱਗੇ ਬੰਦਿਆਂ ਦੇ ਬੰਦੇ ਬਣ ਜਾਓਗੇ ਤੇ ਤੁਹਾਡੀ ਕੀ ਗਤੀ ਹੋਵੇਗੀ। ਬੇਸ਼ੱਕ ਕੋਈ ਸਾਧੂ ਹੈ, ਬੇਸ਼ੱਕ ਕੋਈ ਸੰਤ ਹੈ, ਉੱਚੇ ਜੀਵਨ ਵਾਲਾ ਹੈ, ਉਹਦਾ ਸਤਿਕਾਰ ਕਰੋ। ਤੁਹਾਨੂੰ ਲੱਗਦਾ ਸਤਿਕਾਰ ਕਰਨਾ, ਸਤਿਕਾਰ ਕਰੋ, ਲੇਕਿਨ ਕਦੇ ਵੀ ਪਿਆਰਿਓ ਸਤਿਗੁਰੂ ਮਹਾਰਾਜ ਜੀ ਦੇ ਨਾਲ ਉਹਨਾਂ ਦੀ ਤੁਲਨਾ ਨਾ ਦੇਣਾ ਕਰੋ। ਕਈ ਪਿਆਰਿਓ ਇਹ ਕੰਮ ਜਿਹੜੇ ਹਨ ਅਖੌਤੀ ਲੋਕ ਕਰ ਜਾਂਦੇ ਹਨ, ਕਹਿ ਦਿੰਦੇ ਕਿ ਭਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿੱਚ ਤਾਂ ਫਲਾਣੇ ਸੰਤ ਵਿੱਚ ਕੋਈ ਫਰਕ ਨਹੀਂ ਹੈ। ਨਹੀਂ ਪਿਆਰਿਓ, ਇਸ ਤਰ੍ਹਾਂ ਕਦੇ ਵੀ ਜੋ ਹੈ ਉਦਾਹਰਣ ਵੀ ਨਹੀਂ ਦੇਣੀ ਚਾਹੀਦੀ ਹੈ। ਭਾਵੇਂ ਕੋਈ ਬਾਬਾ ਜਿੰਨਾ ਮਰਜੀ ਵੱਡਾ ਹੋਵੇ, ਲੇਕਿਨ ਸਤਿਗੁਰੂ ਮਹਾਰਾਜ ਜੀ ਦੀ ਬਰਾਬਰੀ ਕੋਈ ਕਰ ਨਹੀਂ ਸਕਦਾ। ਇਸ ਕਰਕੇ ਪਿਆਰਿਓ ਜਦੋਂ ਵੀ ਜੁੜਨਾ ਸਿੱਖੀ ਸਿਧਾਂਤ ਦੇ ਨਾਲ, ਗੁਰਬਾਣੀ ਤੇ ਜਿਹੜਾ ਵੀ ਬੰਦਾ ਪਿਆਰਿਓ ਆਪਣੇ ਨਾਲ ਜੋੜਦਾ, ਕਹਿੰਦਾ ਕਿ ਕੋਈ ਗੱਲ ਨਹੀਂ ਹੈ ਭਾਈ, ਮੇਰੇ ਕੋਲ ਆ, ਮੇਰਾ ਬਚਨ ਮੰਨ, ਮੈਂ ਤੈਨੂੰ ਜਿਸ ਤਰ੍ਹਾਂ ਬੋਲਦਾ ਉਸ ਤਰ੍ਹਾਂ ਇਹ ਕੰਮ ਕਰਨਾ ਕਰ, ਤੇ ਸਮਝ ਲਿਓ ਇਹ ਅਖੌਤੀ ਬੰਦਾ ਹੈ, ਇਹ ਪਖੰਡੀ ਬੰਦਾ ਹੈ, ਉਹਦਾ ਖਹਿੜਾ ਛੱਡ ਦਿਓ। ਜਿਹੜੇ ਗੁਰੂ ਸਾਹਿਬ ਦੇ ਨਾਲ ਜੋੜਦੇ ਨਾ ਪਿਆਰਿਓ, ਉਹੀ ਅਸਲੀ ਜੋ ਹਨ ਸੰਤ ਹਨ, ਅਸਲੀ ਭਗਤ ਹਨ, ਜਿਨ੍ਹਾਂ ਨੇ ਆਪਣਿਆਂ ਦੇ ਨਾਲ ਆਪਣੇ ਨਾਲ ਜੋੜ ਲਿਆ, ਆਪਣੀ ਮਨ ਮਤ ਚਲਾਉਂਦੇ, ਉਹਨਾਂ ਦੇ ਨਾਲ ਨਾਨਕ ਕਚੜਿਆਂ ਸਿਉ ਤੋੜ, ਧੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੈ, ਓਏ ਮੁਆ ਨਾ ਜਾਹੀ ਛੋੜ। ਇਹੋ ਜਿਹੇ ਕਚੜਿਆਂ ਦੇ ਨਾਲ ਤਾਂ ਤੁਰੰਤ ਜਿਹੜਾ ਤੋੜ ਦੇਣਾ ਚਾਹੀਦਾ, ਉਹਨਾਂ ਦੇ ਨਾਲ ਛੁੱਟ ਕਰਕੇ ਗੁਰੂ ਸਾਹਿਬ ਦੇ ਨਾਲ ਪਿਆਰਿਓ ਜੁੜਨਾ ਚਾਹੀਦਾ। ਅੱਜ ਇਹ ਵੀ ਬੜਾ ਰਿਵਾਜ ਚੱਲਦਾ, ਤੇ ਕਈ ਵਾਰੀ ਕਈ ਕਹਿ ਦਿੰਦੇ ਹਨ, ਬਹੁਤ ਘੱਟ ਪਿਆਰਿਓ ਇਹ ਕਹਿੰਦੇ ਕਿ ਮੈਨੇ ਗੁਰੂ ਕਾ ਅੰਮ੍ਰਿਤ ਛਕਣਾ ਕੀਤਾ, ਮੈਂ ਗੁਰੂ ਵਾਲਾ ਬਣ ਗਿਆ। ਲੇਕਿਨ ਪਿਆਰਿਓ ਕਈ ਕਹਿ ਦਿੰਦੇ ਜੀ ਮੈਂ ਫਲਾਣੇ ਬਾਬੇ ਤੋਂ ਅੰਮ੍ਰਿਤ ਛਕਿਆ, ਮੈਂ ਫਲਾਣੇ ਡੇਰੇ ਤੋਂ ਅੰਮ੍ਰਿਤ ਛਕਿਆ, ਮੈਂ ਉਹ ਫਲਾਣੀ ਸੰਪਰਦਾਇ ਤੋਂ ਅੰਮ੍ਰਿਤ ਛਕਣਾ ਕੀਤਾ। ਤੇ ਕਈ ਇਹ ਵੀ ਮੂਰਖ ਲੋਕ ਪੁੱਛਦੇ ਹਨ ਕਿ ਭਾਈ ਅੰਮ੍ਰਿਤ ਕਿੱਥੋਂ ਛਕਿਆ। ਕੋਈ ਕਹਿ ਦੇਵੇ ਜੀ ਮੈਂ ਹਜ਼ੂਰ ਸਾਹਿਬ ਤੋਂ ਜਾਂ ਅਕਾਲ ਤਖਤ ਸਾਹਿਬ ਤੋਂ ਛਕਿਆ। ਕਈ ਇਹੋ ਜਿਹੇ ਡੇਰੇ ਵਾਲੇ ਕਹਿੰਦੇ ਕੋਈ ਗੱਲ ਨਹੀਂ ਹੈ ਭਾਈ, ਤੇ ਫਿਰ ਤੋਂ ਤੈਨੂੰ ਆ ਕਰਕੇ ਸਾਡੇ ਡੇਰੇ ਦਾ ਅੰਮ੍ਰਿਤ ਛਕਣਾ ਪਵੇਗਾ, ਤਾਂ ਤੂੰ ਸਾਡਾ ਸਿੰਘ ਬਣੇਗਾ। ਕਈ ਅਖੌਤੀ ਲੋਕਾਂ ਨੇ ਪਿਆਰਿਓ ਖਾਲਸੇ ਪੰਥ ਦੇ ਵਿੱਚ ਇਹ ਵੰਡਵਾਰੀਆਂ ਪਾ ਦਿੱਤੀਆਂ। ਕੋਈ ਕਹਿੰਦਾ ਪਿਆਰਿਓ ਮਾਫ ਕਰਨਾ, ਲੇਕਿਨ ਹੈ ਹਕੀਕਤ। ਕੋਈ ਕਹਿੰਦਾ ਜੀ ਮੈਂ ਫਲਾਣੇ ਜਥੇ ਦਾ, ਕੋਈ ਫਲਾਣੇ ਇਹਦਾ ਉਹਦਾ, ਟਿਮਕਾਣੇ ਦਾ। ਨਹੀਂ ਪਿਆਰਿਓ, ਅੰਮ੍ਰਿਤ ਦਾ ਗੁਰੂ ਕਾ ਹੈ। ਕਈ ਇਹਦੇ ਵਿੱਚ ਹੀ ਬੜਾ ਫਖਰ ਮਹਿਸੂਸ ਕਰਦੇ। ਕੋਈ ਕਹਿੰਦਾ ਜੀ ਮੈਂ ਨਿਹੰਗ ਸਿੰਘ ਹਾਂ। ਠੀਕ ਹੈ ਭਾਈ, ਨਿਹੰਗ, ਲੇਕਿਨ ਆਪਣੀ ਜੋ ਮੂਲ ਪਹਿਚਾਣ ਸਿੰਘ ਦੀ ਹੈ, ਮੈਂ ਨਿਹੰਗ ਹਾਂ। ਕੋਈ ਕਹਿੰਦਾ ਜੀ ਮੈਂ ਟਕਸਾਲੀ ਹਾਂ, ਕੋਈ ਕਹਿੰਦਾ ਜੀ ਮੈਂ ਅਖੰਡ ਕੀਰਤਨੀ ਹਾਂ, ਜਾਂ ਇਹ ਹੈ। ਬੇਸ਼ੱਕ ਪਿਆਰਿਓ ਇਹ ਤੁਹਾਨੂੰ ਮੁਬਾਰਕ ਹੈ, ਲੇਕਿਨ ਅਸਲੀ ਪਹਿਚਾਣ ਤੁਹਾਡੀ ਸਿੰਘ ਹੈ। ਖਾਲਸਾ ਤੁਹਾਡੀ ਅਸਲੀ ਪਹਿਚਾਣ ਹੈ। ਉਹ ਛੁਪਾ ਕਰਕੇ ਦੂਜੀ ਆਪਣੀ ਪਹਿਚਾਣ ਬਣਾਓਗੇ ਤੇ ਇਹਦੇ ਨਾਲ ਤਾਂ ਵੰਡਵਾਰੀ ਪੈ ਜਾਵੇਗੀ। ਕੋਈ ਕਹਿ ਦਿੰਦਾ ਜੀ ਮੈਂ ਨਾਨਕ ਸਰਦਾ ਹਾਂ। ਨਹੀਂ ਪਿਆਰਿਓ, ਭਾਵੇਂ ਜਿਹੜੇ ਡੇਰੇ ਦੇ ਵਿੱਚ ਜਾਣਾ, ਸੇਵਾ ਕਰਨਾ, ਲੇਕਿਨ ਜਦੋਂ ਸਿੱਖੀ ਦੀ ਗੱਲ ਆਵੇਗੀ ਤੇ ਇੱਕੋ ਹੀ ਬਚਨ ਨਿਕਲਣਾ ਚਾਹੀਦਾ ਕਿ ਮੈਂ ਗੁਰੂ ਕਾ ਸਿੱਖ ਹਾਂ। ਅੰਮ੍ਰਿਤ ਦੀ ਗੱਲ ਜਦੋਂ ਵੀ ਆਵੇਗੀ ਇਹੀ ਕਹਿਣਾ ਚਾਹੀਦਾ ਕਿ ਮੈਂ ਗੁਰੂ ਕਾ ਅੰਮ੍ਰਿਤ ਛਕਣਾ ਕੀਤਾ। ਸੁਣ ਕੇ ਵਰੁਣ ਭਨੀ ਪੁਨ ਬਾਨੀ, ਸੁਣ ਕਰਕੇ ਅੱਗੇ ਵਰੁਣ ਨੇ ਬਚਨ ਕਰਨਾ ਕੀਤਾ ਹੈ। ਸ਼੍ਰੀ ਨਾਨਕ ਲਖ ਗਨ ਗੁਣ ਖਾਨੀ, ਕਹਿੰਦਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗਨ ਗੁਣ ਖਾਨੀ। ਗਨ ਦਾ ਮਤਲਬ ਬਹੁਤ ਜ਼ਿਆਦਾ ਗੁਣਾਂ ਦੀ ਖਾਨ ਹਨ। ਨਰਨ ਉਧਾਰਨ ਹਿਤ ਅਵਤਾਰਾ, ਮਨੁੱਖਾਂ ਦਾ ਅਵਤਾਰ ਕਰਨ ਵਾਸਤੇ ਹੀ ਸਤਿਗੁਰੂ ਮਹਾਰਾਜ ਇੱਥੇ ਆਏ। ਭਰਿਓ ਦੇਹ ਨਿਜ ਸ਼੍ਰੀ ਕਰਤਾਰਾ, ਆਪ ਸ਼੍ਰੀ ਕਰਤਾਰ ਪ੍ਰਮਾਤਮਾ ਨੇ ਦੇਹੀ ਧਾਰਨ ਕਰਕੇ ਕਲਯੁਗ ਦੇ ਵਿੱਚ ਪ੍ਰਗਟ ਹੋਣਾ ਕੀਤਾ। ਦ੍ਰਿੜ ਸ਼ਰਧਾ ਧਰ ਭਰਮੁ ਨਾਹੀ, ਤੇ ਤੂੰ ਸ਼ਰਧਾ ਦ੍ਰਿੜ ਜਿਹੜੀ ਹੈ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਧਾਰਨ ਕਰਨਾ ਕਰ, ਐਵੇਂ ਭਰਮਿਤ ਨਾ ਹੋਣਾ ਕਰ। ਚਰਨ ਕਮਲ ਸੇਵੋ ਤੁਮ ਤਾਹੀ, ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਨਾ ਕਰ। ਆਪ ਵਰੁਣ ਕਹਿੰਦਾ ਕਿ ਭਾਈ ਦਾਸ ਦੇ ਮਗਰ ਲੱਗੇਗਾ, ਸੇਵਕਾਂ ਦੇ ਮਗਰ ਲੱਗ ਜਾਵੇਗਾ ਤੇ ਅੱਗੋਂ ਉਹਦਾ ਸੇਵਕ ਬਣ ਜਾਵੇਗਾ। ਗੁਰੂ ਦੇ ਮਗਰ ਲੱਗ ਜਾਵੇਗਾ ਤੇ ਗੁਰੂ ਦਾ ਸਿੱਖ ਬਣ ਜਾਵੇਗਾ। ਭਾਵ ਕਿ ਸਾਡੇ ਮਗਰ ਲੱਗ ਕਰਕੇ ਕੋਈ ਤੇਰਾ ਫਾਇਦਾ ਨਹੀਂ ਹੈ।
ਜੇ ਕੁਛ ਲੈਣਾ ਹੀ ਤਾਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜ ਜਾਣਾ ਕਰ, ਤੈਨੂੰ ਸਾਰੇ ਵਸਤੂਆਂ ਦੀ ਪ੍ਰਾਪਤੀ ਹੋ ਜਾਵੇਗੀ। ਜਿਸ ਤਰ੍ਹਾਂ ਕਿ ਪਿਆਰਿਓ, ਜਿਨ੍ਹਾਂ ਦੀ ਸਿੱਧੀ ਡਾਇਰੈਕਟ ਜਿਹੜੀ ਹੈ ਪਹਿਚਾਣ ਰਾਜੇ ਦੇ ਨਾਲ ਜਾਂ ਮੰਤਰੀ ਦੇ ਨਾਲ ਹੁੰਦੀ ਹੈ, ਉਹ ਚਪਰਾਸੀਆਂ ਨੂੰ ਨਹੀਂ ਗਿਣਦੇ ਹਨ, ਕਿਉਂਕਿ ਚਪਰਾਸੀ ਇਹੋ ਜਿਹੇ ਬਥੇਰੇ ਆਉਂਦੇ ਜਾਂਦੇ, ਤੇ ਚਪਰਾਸੀ ਦੇ ਨਾਲ ਜਿਹੜਾ ਜੁੜ ਗਿਆ ਨਾ, ਤੇ ਪਿਆਰਿਓ ਉਹਦੀ ਕੀ ਵੈਲਿਊ ਹੁੰਦੀ ਹੈ, ਤੇ ਚਪਰਾਸੀ ਦੇ ਨਾਲ ਜਿਹੜਾ ਜੁੜ ਗਿਆ ਉਹਦੇ ਥੱਲੇ ਬਣ ਗਿਆ ਉਹ। ਲੇਕਿਨ ਸਿੱਧਾ ਤੁਹਾਡੀ ਮੰਤਰੀ ਦੇ ਨਾਲ ਇਹ, ਤੇ ਜਦੋਂ ਤੁਸੀਂ ਚਪਰਾਸੀ ਦੇ ਮਿੱਤਰ ਬਣ ਜਾਓ, ਉਹਦੇ ਅੱਗੇ ਸੇਵਕ ਬਣ ਜਾਓ, ਤੇ ਤੁਹਾਨੂੰ ਜਾ ਕਰਕੇ ਚਪਰਾਸੀ ਨੂੰ, ਇਹਨਾਂ ਨੂੰ ਜਾ ਕਰਕੇ ਸਲੂਟ ਕਰਨਾ ਪਵੇਗਾ। ਕਹਿਣ ਦਾ ਮਤਲਬ ਇਹ ਜਿੰਨੇ ਵੀ ਹਨ ਨਾ ਦੇਵੀ ਦੇਵਤਾ ਆਦਿਕ, ਇਹ ਰੱਬ ਦੇ ਚਪਰਾਸੀਆਂ ਦੇ ਚਪਰਾਸੀ ਹਨ। ਇਹਨਾਂ ਦੇ ਨਾਲ ਜੁੜ ਗਏ ਤੇ ਇਹਨਾਂ ਨੂੰ ਇਸਲਾਮ ਵਜਾ ਵਜਾ ਕਰਕੇ ਤੁਸੀਂ ਥੱਕ ਜਾਓਗੇ। ਜੇ ਸਿੱਧਾ ਇਹਨਾਂ ਦਾ ਮਾਲਕ ਜਿਹੜਾ ਹੈ, ਇਹਨਾਂ ਦਾ ਖਾਵੰਦ ਕੌਣ ਹੈ, ਪ੍ਰਮਾਤਮਾ ਵਾਹਿਗੁਰੂ, ਉਹਦੇ ਨਾਲ ਜੁੜ ਜਾਓ ਤਾਂ ਜਦੋਂ ਤੁਸੀਂ ਜਾਓਗੇ ਇਹਨਾਂ ਨੇ ਵੀ ਤੁਹਾਨੂੰ ਸਲਾਮ ਵਜਾਉਣੀ ਹੈ। ਇਹ ਦੇਵੀ ਦੇਵਤੇ ਵੀ ਜਿਹੜੇ ਹਨ, ਆਪਾਂ ਰੋਜ਼ ਪੜ੍ਹਦੇ ਹਾਂ, ਲక్ష్ਮੀ ਖੜੀ ਤੁਮਰੇ ਦਰਬਾਰਾ, ਸਰਬ ਦੇਵਤੇ ਕਰਤ ਨਮਸਕਾਰਾ। ਸਾਰੇ ਦੇਵਤੇ ਸਤਿਗੁਰੂ ਮਹਾਰਾਜ ਜੀ ਨੂੰ ਨਮਸਕਾਰ ਕਰਦੇ। ਜੇ ਤੁਸੀਂ ਗੁਰੂ ਦੇ ਨਾਲ ਜੁੜ ਜਾਓ ਤੇ ਦੇਵੀ ਦੇਵਤਿਆਂ ਨੇ ਤੁਹਾਨੂੰ ਨਮਸਕਾਰ ਕਰਨਾ। ਸੁਣ ਕਰ ਸਹਿਦੋ ਕੀਓ ਤਹਿ ਕਾਲਾ, ਸੁਣ ਕਰਕੇ ਸਹਿਦੋ ਘਿਓ ਜਿਹੜਾ ਆਇਓ ਜਹ ਬੈਠਿਓ ਪ੍ਰਭ ਦਿਆਲਾ। ਜਿੱਥੇ ਦਿਆਲੂ ਸਤਿਗੁਰੂ ਮਹਾਰਾਜ ਬੈਠੇ ਹੋਏ ਸਨ ਉੱਥੇ ਆ ਗਿਆ। ਅਭਿਵੰਦਨ ਕਰ ਬੈਠ ਸਮੀਪਾ, ਅੱਗੇ ਆ ਕਰਕੇ ਅਭਿਵੰਦਨਾ ਕੀਤੀ, ਮੱਥਾ ਟੇਕ ਕਰਕੇ ਲਾਗੇ ਬੈਠ ਗਿਆ। ਵੇਖ ਬੋਲੇ ਬੇਦੀ ਕੁਲਦੀਪਾ, ਵੇਖ ਕਰਕੇ ਬੇਦੀ ਕੁਲਦੀਪ ਸਤਿਗੁਰਾਂ ਨੇ ਇਹਦੇ ਤਾਈਂ ਬਚਨ ਕੀਤਾ ਹੈ। ਤੂੰ ਕਿਉਂ ਆਇਓ ਨਿਸਾ ਮਝਾਰੀ, ਸਤਿਗੁਰੂ ਜੀ ਕਹਿਣ ਲੱਗੇ, ਭਾਈ ਸੈਦੋ ਤੂੰ ਕਿਉਂ ਆਇਆ ਅੱਧੀ ਰਾਤ ਨੂੰ? ਆਵਤ ਹੂ ਤੋ ਹੋਤ ਭੁਨਸਾਰੀ, ਜਦੋਂ ਦਿਨ ਚੜ੍ਹਦਾ ਨਾ ਭਾਈ ਤੂੰ ਉਸ ਵੇਲੇ ਆਇਆ ਕਰਦਾ ਹੈ, ਲੇਕਿਨ ਅੱਜ ਅੰਮ੍ਰਿਤ ਵੇਲੇ ਕਿਉਂ ਆ ਗਿਆ? ਕੀ ਕੰਮ ਅੜ ਗਿਆ? ਨਿਜ ਬਿਰਤਾਂਤ ਤਿਨ ਸਰਬ ਬਖਾਨਾ, ਤਾਂ ਪਿਆਰਿਓ ਭਾਈ ਸੈਦੋ ਨੇ ਆਪਣਾ ਨਿਜ ਬਿਰਤਾਂਤ ਜਿਹੜਾ ਦੱਸਣਾ ਕੀਤਾ। ਪ੍ਰਭ ਜੀ ਤੁਮਰੋ ਭੇਦ ਨ ਜਾਣਾ, ਕਹਿੰਦਾ ਭੇਦ ਭਾਵ ਕੇ ਹੇ ਪ੍ਰਭੂ ਜੀਓ ਮੈਂ ਆਪ ਜੀ ਦਾ ਭੇਦ ਨਹੀਂ ਜਾਣਿਆ ਹੈ। ਜਾਂ ਤੇ ਮੈਂ ਭਰਮਿਓ ਮਤ ਮੂੜਾ, ਮੈਂ ਮਤ ਦਾ ਮੂੜਾ ਇਸ ਕਰਕੇ ਭਰਮ ਦੇ ਵਿੱਚ ਪੈ ਗਿਆ। ਜੇ ਭੇਦ ਜਾਣ ਲੈਂਦਾ ਤੇ ਮਹਾਰਾਜ ਮੈਂ ਭਰਮਿਤ ਨਹੀਂ ਹੋਣਾ ਸੀ। ਅਬ ਮੈਂ ਲਖਿਓ ਪ੍ਰਤਾਪ ਜੋ ਗੂੜਾ, ਲੇਕਿਨ ਅੱਜ ਮਹਾਰਾਜ ਇਹੋ ਜਿਹਾ ਕਰਿਸ਼ਮਾ ਵਰਤਿਆ, ਮੈਨੇ ਆਪ ਜੀ ਦਾ ਪ੍ਰਤੱਖ ਪ੍ਰਤਾਪ ਤੱਕ ਲਿਆ, ਵੇਖ ਲਿਆ ਹੈ। ਸਭ ਬਿਦ ਸੁਣ ਕੇ ਸ਼੍ਰੀ ਗੁਨਖਾਨੀ, ਹਰ ਤਰ੍ਹਾਂ ਦੇ ਨਾਲ ਇਹਦਾ ਬਚਨ ਸੁਣ ਕਰਕੇ ਗੁਨਾਹ ਦੀ ਖਾਨ ਸਤਿਗੁਰੂ ਮਹਾਰਾਜ ਉਚਰਿਓ ਸ਼ਬਦ ਮ੍ਰਿਦੁਲ ਮੁਖ ਬਾਣੀ। ਸਤਿਗੁਰੂ ਮਹਾਰਾਜ ਜੀ ਨੇ ਇਸ ਪ੍ਰਥਾਏ, ਕਿਉਂਕਿ ਇਹ ਅੰਮ੍ਰਿਤ ਵੇਲੇ ਦਾ ਪਿਆਰਿਓ ਪ੍ਰਕਰਨ ਚੱਲ ਰਿਹਾ, ਕਿਉਂਕਿ ਅੰਮ੍ਰਿਤ ਵੇਲੇ ਰੋਜ਼ ਸਤਿਗੁਰੂ ਮਹਾਰਾਜ ਦਰਿਆ ਕੰਢੇ ਜਾਂਦੇ ਹਨ, ਪ੍ਰਕਿਰਤੀ ਦੇ ਕੋਲ ਬੈਠ ਕਰਕੇ ਪ੍ਰਕਿਰਤੀ ਦਾ ਜੋ ਮਾਲਕ ਹੈ, ਕੁਦਰਤ ਦਾ ਜੋ ਮਾਲਕ ਕਾਦਰ ਹੈ, ਉਹਦੇ ਨਾਲ, ਕਿਉਂਕਿ ਤੁਸੀਂ ਕੁਦਰਤ ਨਾਲ ਜੁੜ ਜਾਓਗੇ ਤੇ ਖੁਦ ਬਾ ਖੁਦ ਕੁਦਰਤ ਨੇ ਕਾਦਰ ਦੇ ਨਾਲ ਤੁਹਾਨੂੰ ਜੋੜ ਦੇਣਾ ਹੈ। ਮਹਾਰਾਜ ਜੀ ਨੇ ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਮਹਾਰਾਜ ਕੁਦਰਤ ਦੇ ਵਿੱਚ ਜਾ ਕਰਕੇ ਬਹਿੰਦੇ ਸਨ ਕਾਦਰ ਦੇ ਨਾਲ ਜੁੜਨ ਵਾਸਤੇ, ਤੇ ਇਹਦੇ ਮਨ ਦੇ ਵਿੱਚ ਭੁਲੇਖਾ ਪੈ ਗਿਆ। ਇਹਨੂੰ ਲੱਗਿਆ ਕਿ ਮਹਾਰਾਜ ਅੰਮ੍ਰਿਤ ਵੇਲੇ ਕਿੱਥੇ ਵਰੁਣ ਦੀ ਪੂਜਾ ਕਰਨ ਵਾਸਤੇ ਤਾਂ ਨਹੀਂ ਜਾਂਦੇ ਹਨ। ਸੋ ਇਸ ਪ੍ਰਥਾਏ ਸਤਿਗੁਰੂ ਮਹਾਰਾਜ ਜੀ ਨੇ, ਤੇ ਪਿਆਰਿਓ ਆ ਜਿਹੜਾ ਹੁਣ ਸ਼ਬਦ ਆਉਣ ਵਾਲਾ ਹੈ, ਇਹ ਸ਼ਬਦ ਪਿਆਰਿਓ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਭਾਵ ਕਿ ਇਹ ਪ੍ਰਮਾਣ ਜਿਹੜਾ ਕਵੀ ਰਾਜ ਜੀ ਨੇ ਆਪਣੇ ਵੱਲੋਂ ਇੱਥੇ ਵਰਣਨ ਕਰਨਾ ਕੀਤਾ, ਇਹ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਨਹੀਂ ਉਚਾਰਨ ਕੀਤਾ। ਸ਼ਾਇਦ ਮਾਝ ਦੀ ਵਾਰ ਦਾ ਇਹ ਪਿਆਰਿਓ ਸ਼ਬਦ ਹੈ, ਸ਼ਲੋਕ ਹੈ, ਤੇ ਇਹ ਸ਼ਲੋਕ ਦੂਜੇ ਪਾਤਸ਼ਾਹ ਜੀ ਦਾ ਹੈ। ਲੇਕਿਨ ਇਸ ਪਰਪੇਖ ਦੇ ਵਿੱਚ, ਕਿਉਂਕਿ ਅੰਮ੍ਰਿਤ ਵੇਲੇ ਗੁਰੂ ਕੇ ਸਿੱਖ ਦਰਿਆ ਦੇ ਵਿੱਚ ਜਾਂਦੇ ਹਨ, ਇਸ਼ਨਾਨ ਕਰਦੇ ਹਨ, ਅੰਮ੍ਰਿਤ ਵੇਲਾ ਜਾ ਕਰਕੇ ਉੱਥੇ ਪ੍ਰਕਿਰਤੀ ਦੇ ਵਿੱਚ ਬਹਿ ਕਰਕੇ ਧਿਆਨ ਲਾਉਂਦੇ ਹਨ, ਤੇ ਇਹ ਕੀ ਕਾਰਨ ਹੈ? ਇਹਦਾ ਸਪਸ਼ਟੀਕਰਨ ਗੁਰ ਅੰਗਦ ਦੇਵ ਜੀ ਮਹਾਰਾਜ ਜੀ ਨੇ ਦਿੱਤਾ, ਤੇ ਉਹ ਗੁਰਬਾਣੀ ਦਾ ਪ੍ਰਮਾਣ ਵਜੋਂ ਕਵੀ ਰਾਜ ਜੀ ਉਹ ਗੁਰੂ ਕਾ ਸ਼ਬਦ ਇੱਥੇ ਵਰਤ ਰਹੇ ਹਨ। ਸ਼੍ਰੀ ਮੁਖਵਾਕ
ਸਲੋਕ ਮਹੱਲਾ ਦੂਜਾ। ਦੂਜੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਇਹ ਪਾਵਨ ਬਾਣੀ ਹੈ। ਅੱਠੀ ਪਹਿਰੇ 8 ਖੰਡ। ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਦੱਸਿਆ ਕਿ 8 ਜੋ ਪਹਿਰ ਹੁੰਦੇ, ਹਕਾ ਹੋ ਗਿਆ, ਮਹੀਨਾ ਵਰਿਆ ਹੋ ਗਿਆ, 10 ਸਾਲ ਹੋ ਗਿਆ, ਸਦੀ ਹੋ ਗਈ ਹੈ। ਇਸ ਤਰ੍ਹਾਂ ਆਪਾਂ ਨੇ ਸਮੇਂ ਨੂੰ ਵੰਡਣਾ ਕੀਤਾ। ਤੇ ਪਹਿਲੇ ਜ਼ਮਾਨੇ ਦੇ ਵਿੱਚ ਪਿਆਰਿਓ, ਅਜੋਕੇ ਜ਼ਮਾਨੇ ਦੇ ਵਿੱਚ 24 ਘੰਟਿਆਂ ਦਾ ਇੱਕ ਜਿਹੜਾ ਪੂਰਾ ਦਿਨ ਤੇ ਰਾਤ ਬਣਦੀ ਹੈ। ਲੇਕਿਨ ਉਹਨਾਂ ਜ਼ਮਾਨਿਆਂ ਦੇ ਵਿੱਚ ਇਹ ਘੜੀਆਂ ਨਹੀਂ ਬਣੀਆਂ ਸੀ। ਉਹਨਾਂ ਜ਼ਮਾਨਿਆਂ ਦੇ ਵਿੱਚ ਪਹਿਰ ਹੁੰਦੇ ਸਨ। ਦਿਨ ਦੇ 4 ਪਹਿਰ ਤੇ ਰਾਤ ਦੇ 4 ਪਹਿਰ, ਦੋਵਾਂ ਨੂੰ ਮਿਲਾ ਦਿਓ ਤੇ 24 ਘੰਟੇ ਬਣ ਜਾਂਦੇ, ਇੱਕ ਦਿਨ ਰਾਤ ਹੋ ਜਾਂਦਾ। ਤੇ 8 ਪਹਿਰ ਹਨ ਤੇ 8 ਖੰਡ ਜਿਹੜੇ ਹਨ, ਤੇ 8 ਖੰਡ ਜੋ ਹਨ ਪ੍ਰਮਾਤਮਾ ਨੇ ਇਹ ਪੈਦਾ ਕਰਨੇ ਕੀਤੇ। ਤੇ ਨਾਲ ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਨਾਵਾ ਖੰਡ ਸਰੀਰ 9 ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀ ਸਰਥੀਵੈ। ਅਸਲ ਦੇ ਵਿੱਚ ਨਾਵਾ ਖੰਡ ਜਿਹੜਾ ਹੈ ਉਹ ਮਨੁੱਖਾ ਦੇਹੀ ਹੈ, ਮਨੁੱਖਾ ਸਰੀਰ ਹੈ। ਇਸ ਵਿੱਚ ਨੌਨਿਧ ਨਾਮ ਇਹ ਜੋ ਨਾਵਾ ਖੰਡ ਜਿਹੜਾ ਹੈ, ਭਾਵ ਕਿ ਮਨੁੱਖਾ ਸਰੀਰ ਜੋ ਹੈ, ਇਹਦੇ ਵਿੱਚ ਪ੍ਰਮਾਤਮਾ ਦਾ ਨਾਮ ਜਿਹੜਾ ਹੈ 9 ਨਿਧੀਆਂ ਨੂੰ ਦੇਣ ਵਾਲਾ। ਇਸ ਵਿੱਚ ਨੌਨਿਧ ਨਾਮ ਏਕ ਭਲ ਹੈ ਗੁਣੀ ਗਹੀਰ। ਜਿਹੜੇ ਗੁਣੀ ਗਹੀਰ ਹੁੰਦੇ ਹਨ, ਨਾਮ ਜਪਣ ਵਾਲੇ ਜਿਗਿਆਸੂ ਹੁੰਦੇ ਹਨ, ਇਹ ਨਾਵੇ ਖੰਡ ਦੇ ਵਿੱਚ, ਭਾਵ ਕਿ ਨਾਵਾ ਖੰਡ ਕਿਹੜਾ ਹੈ, ਇਹ ਸਰੀਰ ਅਸਲ ਦੇ ਵਿੱਚ ਪ੍ਰਮਾਤਮਾ ਦਾ ਵਾਸਾ। ਨਾਮ ਕਹਿ ਲਿਓ ਪ੍ਰਮਾਤਮਾ। ਇੱਥੇ ਨਾਮ ਦਾ ਮਤਲਬ ਆਪਾਂ ਨੇ ਲੈਣਾ ਪ੍ਰਮਾਤਮਾ ਜੋ ਜੋਤ ਹੈ, ਮਨ ਤੂੰ ਜੋਤ ਸਰੂਪ ਹੈ। ਇੱਥੇ ਜੋਤ ਨੂੰ ਨਾਮ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਵਰਤਨਾ ਕੀਤਾ। ਉਹ ਪ੍ਰਮਾਤਮਾ ਦੀ ਜੋ ਜੋਤ ਹੈ, ਆਤਮਾ ਜੋ ਹੈ, ਉਹ ਸਾਡੇ ਸਰੀਰ ਦੇ ਵਿੱਚ ਵੀ ਵਸਦੀ ਹੈ। ਲੇਕਿਨ ਭਲ ਹੈ ਗੁਣੀ ਗਹੀਰ, ਜਿਹੜੇ ਗੁਣੀ ਗਹੀਰ ਹੁੰਦੇ ਹਨ, ਗੁਣਾਂ ਦੇ ਖਜ਼ਾਨੇ ਹੁੰਦੇ ਹਨ। ਗੁਣਵਾਨ ਵਿਅਕਤੀ ਜੋ ਹੁੰਦੇ, ਉਹ ਪਿਆਰਿਓ ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਉਹ ਕਹਿੰਦੇ ਬਾਹਰ ਢੂੰਡਣ ਤੇ ਰਹਿ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਕਿ ਸਤਿਗੁਰੂ ਮਹਾਰਾਜ ਅਸੀਂ ਤਾਂ ਉਹਨੂੰ ਬਾਹਰ ਲੱਭਦੇ ਸੀ, ਕੋਈ ਮੰਦਰਾਂ ਦੇ ਵਿੱਚ, ਕੋਈ ਮਸੀਤਾਂ ਦੇ ਵਿੱਚ, ਕੋਈ ਪੱਥਰਾਂ ਦੇ ਵਿੱਚ ਲੱਭਦਾ ਸੀ। ਲੇਕਿਨ ਪੂਰੇ ਗੁਰੂ ਨੇ ਕਹਿ ਦਿੱਤਾ ਕਿ ਭਾਈ ਬਾਹਰ ਨਾ ਲੱਭਣਾ ਕਰ, ਉਹ ਪ੍ਰਮਾਤਮਾ ਜਿਹੜਾ ਹੈ ਤੇਰੇ ਅੰਦਰ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਕਿ ਐ ਮਨਾ ਉਹ ਹਰ ਜੀ ਪ੍ਰਮਾਤਮਾ ਤੇਰੇ ਨਾਲ ਹੈ, ਗੁਰਮਤ ਦਾ ਧਾਰਨੀ ਬਣ ਕਰਕੇ ਉਹਦਾ ਰੰਗ ਮਾਨਣਾ ਕਰ। 10ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਬਾਲ ਲੀਲਾ ਜਦੋਂ ਸਤਿਗੁਰੂ ਜੀ ਕਰ ਰਹੇ ਹਨ, ਤੇ ਉਸ ਵੇਲੇ ਦੀ ਇੱਕ ਬਹੁਤ ਪਿਆਰੀ ਸਾਖੀ ਆਉਂਦੀ ਹੈ। ਗੰਗਾ ਕਿਨਾਰੇ, ਕਿਉਂਕਿ ਸਮਾਂ ਵੀ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ, ਗੰਗਾ ਦੇ ਤਟ ਦੇ ਉੱਤੇ ਪੰਡਿਤ ਸ਼ਿਵਨਾਭ ਜੀ ਰੋਜ਼ ਬੈਠ ਕਰਕੇ, ਸ਼ਿਵਦੱਤ ਜੀ ਰੋਜ਼ ਬੈਠ ਕਰਕੇ ਉਪਾਸਨਾ ਕਰਦੇ ਸਨ, ਰੱਬ ਨੂੰ ਬਾਹਰ ਵੇਖਦੇ ਸਨ। ਸਤਿਗੁਰੂ ਮਹਾਰਾਜ ਜੀ ਨੇ ਇੱਕ ਦਿਨ ਜਾ ਕਰਕੇ ਉਹਨਾਂ ਦੇ ਕੰਨ ਦੇ ਵਿੱਚ ਜਾ ਕਰਕੇ ਬਚਨ ਕੀਤਾ। ਉਹ ਧਿਆਨ ਦੀ ਮੁਦਰਾ ਵਿੱਚ ਬੈਠੇ ਹੋਏ ਸਨ। ਮਹਾਰਾਜ ਜੀ ਨੇ, ਬਾਲਕ ਚੋਜੀ ਪ੍ਰੀਤਮ ਨੇ, ਬਾਲਾ ਪ੍ਰੀਤਮ ਨੇ ਕਿਹਾ, ਬਾਬਾ ਜੀ ਚਾਹਤ, ਬਾਬਾ ਜੀ ਅੰਦਰ ਚਾਹਤ। ਉਹਨੂੰ ਬਾਹਰ ਕਿਉਂ ਵੇਖਦੇ, ਉਹ ਤਾਂ ਤੁਹਾਡੇ ਅੰਦਰ ਹੈ, ਉਹਨੂੰ ਅੰਦਰ ਤੁਸੀਂ ਵੇਖਣਾ ਕਰੋ। ਇੱਥੇ ਵੀ ਮਹਾਰਾਜ ਜੀ ਬਚਨ ਕਰਦੇ ਹਨ, ਇਹ ਨਾਵੇ ਖੰਡ ਦੇ ਵਿੱਚ ਪ੍ਰਮਾਤਮਾ ਦਾ ਵਾਸਾ ਹੈ। ਲੇਕਿਨ ਕੋਈ ਗੁਣੀ ਗਹੀਰ ਵਿਅਕਤੀ ਜਿਹੜਾ ਹੈ, ਉਹਨੂੰ ਨਾਵੇ ਖੰਡ ਦੇ ਵਿੱਚ ਉਹਦੀ ਭਾਲ ਕਰਦਾ। ਕਰਮਵੰਤੀ ਸਲਾਹਿਆ, ਜਿਹੜੇ ਕਰਮਵੰਤੀ ਹਨ, ਸ੍ਰੇਸ਼ਟ ਕਰਮ ਵਾਲੇ, ਉਹੀ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ। ਨਾਨਕ ਕਰ ਗੁਰ ਪੀਰ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ, ਜੇ ਤੂੰ ਕਰਮਵੰਤੀ ਬਣਨਾ ਚਾਹੁੰਦਾ, ਕਰਮਵਾਨ ਬਣਨਾ ਚਾਹੁੰਦਾ, ਤੇ ਪੂਰੇ ਗੁਰੂ ਨੂੰ ਆਪਣਾ ਪੀਰ ਬਣਾ ਲੈ। ਭਾਵ ਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਤੂੰ ਚੇਲਾ ਬਣ ਜਾ। ਮਹਾਰਾਜ ਜੀ ਨੂੰ ਆਪਣਾ ਗੁਰੂ, ਜਿਸ ਤਰ੍ਹਾਂ ਹਿੰਦੂओं का गुरु और मुसलमानों का पीर बाबा नानक शाह फकीर। ਗੁਰੂ ਨਾਨਕ ਨੂੰ ਆਪਣਾ, ਜੇ ਤੂੰ ਹਿੰਦੂ ਹੈ ਤਾਂ ਗੁਰੂ ਬਣਾ ਲੈ, ਜੇ ਮੁਸਲਮਾਨ ਹੈ ਤੇ ਆਪਣਾ ਪੀਰ ਬਣਾ ਲੈ, ਤੇ ਤੂੰ ਕਰਮਵੰਤੀ ਬਣ ਜਾਵੇਗਾ। ਸ਼ਹਿਰ ਜਦੋਂ ਇਹ ਰਾਤਰੀ ਦਾ ਜਦੋਂ ਆਉਂਦਾ ਨਾ, ਉਸ ਵੇਲੇ ਸੁਰਤਿਆ ਉਪਜੈ ਚਾਉ। ਜਿਹੜੇ ਗੁਰਮੁਖ ਹੁੰਦੇ ਹਨ, ਉਹਨਾਂ ਦੀ ਸੁਰਤ ਦੇ ਵਿੱਚ ਪਿਆਰਿਓ ਚਾਅ ਪੈਦਾ ਹੋ ਜਾਂਦਾ।
ਉਹਨਾਂ ਦੀ ਸੁਰਤ ਦੇ ਵਿੱਚ ਖੇੜਾ ਪੈਦਾ ਹੋ ਜਾਂਦਾ। ਬੇਸ਼ੱਕ ਪਿਆਰਿਓ ਅਜੋਕੇ ਜ਼ਮਾਨੇ ਦੇ ਵਿੱਚ ਆਪਾਂ ਟਾਈਮ ਆਰਾਮ ਦੀ ਜਦੋਂ ਘੰਟੀ ਖੜਕਦੀ ਹੈ ਉਸੇ ਵੇਲੇ ਆਪਾਂ ਜਾਗਰਤ ਹੋ ਜਾਂਦੇ, ਕਿਉਂਕਿ ਭਾਈ ਅੰਮ੍ਰਿਤ ਵੇਲਾ ਹੁੰਦਾ, ਅੰਮ੍ਰਿਤ ਵੇਲੇ ਉੱਠਦੇ। ਲੇਕਿਨ ਫਿਰ ਵੀ ਪਿਆਰਿਓ ਕਈ ਵਾਰੀ ਕੀ ਹੁੰਦਾ, ਤੇ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਉਹਨਾਂ ਨੂੰ ਪਤਾ ਹੋਵੇਗਾ ਕਿ ਅੰਮ੍ਰਿਤ ਭਾਵੇਂ ਜਿੰਨਾ ਮਰਜੀ ਤੁਸੀਂ ਅਲਾਰਮ ਆਦਿਕ ਲਾਓ, ਕਈ ਵਾਰੀ ਮਨ ਇੰਨੀ ਬੇਈਮਾਨੀ ਕਰ ਜਾਂਦਾ, ਆਪਾਂ ਕੀ ਕਰਦੇ ਹਾਂ, ਅਲਾਰਮ ਨੂੰ ਬੰਦ ਕਰਕੇ ਚਲੋ ਜੀ ਕੋਈ ਗੱਲ ਨਹੀਂ ਹੈ, ਹਾਲੇ 2 ਮਿੰਟ ਦੀ ਐ ਥੋੜੀ ਜਿਹੀ ਝਪਕੀ ਲਵਾਂਗੇ, ਤੇ ਇੰਜ ਲੰਬੇ ਪੈ ਜਾਂਦੇ ਤੇ ਪਤਾ ਹੀ ਨਹੀਂ ਲੱਗਦਾ ਪਿਆਰਿਓ ਉਹ 2 ਮਿੰਟ 2-4 ਘੰਟਿਆਂ ਦੇ ਵਿੱਚ ਬਦਲ ਜਾਂਦੇ। ਕਹਿਣ ਦਾ ਭਾਵ ਹੈ ਅੱਜ ਅੰਮ੍ਰਿਤ ਵੇਲੇ ਜਾਗਣ ਦੇ ਵਾਸਤੇ ਕਈ ਤਰੀਕੇ ਵਰਤ ਗਏ, ਲੇਕਿਨ ਪਹਿਲੇ ਜ਼ਮਾਨਿਆਂ ਦੇ ਵਿੱਚ ਅੱਜ ਵੀ ਪਿਆਰਿਓ ਕਈ ਜੋ ਗੁਰਮੁਖ ਰੂਹਾਂ ਹਨ, ਜੋ ਅੰਮ੍ਰਿਤ ਵੇਲੇ ਦੇ ਅਭਿਆਸੀ ਹਨ, ਉਹਨਾਂ ਨੂੰ ਜਦੋਂ ਆਪਾਂ ਪੁੱਛਦੇ ਹਾਂ ਉਹ ਕਹਿ ਦਿੰਦੇ ਕਿ ਭਾਈ ਕੋਈ ਅਸੀਂ ਘੜੀ ਨਹੀਂ ਲਾਉਂਦੇ ਹਾਂ, ਕੋਈ ਟਾਈਮ ਪੀਸ ਨਹੀਂ ਵਰਤਦੇ ਹਾਂ, ਕੋਈ ਅਲਾਰਮ ਦਾ ਖੜਾਕਾ ਨਹੀਂ ਕਰਦੇ। ਜਦੋਂ ਅੰਮ੍ਰਿਤ ਵੇਲੇ ਦਾ ਸਮਾਂ ਆਉਂਦਾ ਖੁਦ ਬਾ ਖੁਦ ਮਨ ਦੇ ਵਿੱਚ ਇੱਕਦਮ ਚਾਹ ਪੈਦਾ ਹੋ ਜਾਂਦਾ, ਇਹੋ ਜਿਹਾ ਚਾਹ ਪੈਦਾ ਹੁੰਦਾ ਕਿ ਚਲੋ ਉੱਠੀਏ, ਭਗਤੀ ਕਰਨਾ ਕਰੀਏ, ਇਬਾਦਤ ਕਰਨਾ ਕਰੀਏ। ਉਸ ਵੇਲੇ ਖੁਦ ਬਾ ਖੁਦ ਅਸੀਂ ਉੱਠ ਕੇ ਖੜ ਜਾਂਦੇ ਹਾਂ, ਫਿਰ ਅੰਮ੍ਰਿਤ ਵੇਲਾ ਅਸੀਂ ਸਾਂਭ ਲੈਂਦੇ ਹਾਂ। ਕਹਿਣ ਦਾ ਭਾਵ ਮਹਾਰਾਜ ਜੀ ਨੇ ਕਿਹਾ ਅੱਜ ਤਾਂ ਪਿਆਰਿਓ ਇਹ ਆ ਗਏ, ਲੇਕਿਨ ਪਹਿਲੇ ਜ਼ਮਾਨੇ ਦੇ ਵਿੱਚ ਕਿਹੜਾ ਕੋਈ ਅਲਾਰਮ ਆਦਿਕ ਹੁੰਦਾ ਸੀ, ਲੇਕਿਨ ਉਹਨਾਂ ਗੁਰਮੁਖਾਂ ਦੇ ਮਨ ਦੇ ਵਿੱਚ ਚਾਹ ਬੜਾ ਹੁੰਦਾ, ਤੇ ਸੁਰਤੀ ਦੇ ਵਿੱਚ ਕਿਉਂਕਿ ਇੱਕ ਬਾਹਰੀ ਘੜੀ ਹੁੰਦੀ ਹੈ, ਇੱਕ ਪਿਆਰਿਓ ਅੰਤਰੀਵ ਵੀ ਘੜੀ ਹੁੰਦੀ ਹੈ। ਕਈ ਵਿਦਵਾਨ ਦੱਸਦੇ ਹਨ, ਕਈ ਵਾਰੀ ਤੁਸੀਂ ਦ੍ਰਿੜ ਸੰਕਲਪ ਲੈ ਲਿਓ ਕਿ ਭਾਈ 4 ਵਜੇ ਉੱਠਣਾ, ਤੇ ਬੇਸ਼ੱਕ ਕੋਈ ਅਲਾਰਮ ਨਾ ਲਾਓ, ਕੋਈ ਘੜੀ ਨਾ ਲਾਓ, ਲੇਕਿਨ ਜੇ ਤੁਹਾਡੇ ਮਨ ਦੇ ਵਿੱਚ ਦ੍ਰਿੜ ਸੰਕਲਪ ਹੋਵੇਗਾ ਤੇ 4 ਵਜੇ ਤੁਹਾਡੀ ਜਾਗ ਖੁੱਲ ਜਾਵੇਗੀ। ਭਾਵੇਂ ਤੁਸੀਂ ਟਾਈਮ ਵੇਖ ਲਿਓ, ਤਕਰੀਬਨ 4 ਦੇ ਆਸ-ਪਾਸ ਹੀ ਹੋਵੇਗਾ, 4 ਵੱਜਦੇ ਹੋਣਗੇ। ਕਹਿਣ ਦਾ ਭਾਵ ਕਿ ਕੁਦਰਤ ਨੇ ਇੱਕ ਘੜੀ ਸਾਡੇ ਅੰਦਰ ਵੀ ਲਾਈ ਹੈ, ਤੇ ਇੱਕ ਚਾਹ ਸੁਰਤ ਦੇ ਵਿੱਚ ਜਦੋਂ ਚਾਹ ਪੈਦਾ ਹੁੰਦੀ ਜਿਗਿਆਸੂਆਂ ਦੇ, ਉਹ ਅੰਮ੍ਰਿਤ ਵੇਲੇ ਉੱਠ ਜਾਂਦੇ ਹਨ। ਤਿਨਾਂ ਦਰਿਆਵਾਂ ਸਿਉ ਦੋਸਤੀ, ਫਿਰ ਉਹਨਾਂ ਦੀ ਦੋਸਤੀ ਜਿਹੜੀ ਹੈ, ਜੋ ਇੱਥੇ ਪ੍ਰਕਰਨ ਆ ਰਿਹਾ ਨਾ, ਕਿ ਜੋ ਮਹਾਂਪੁਰਖ ਹੁੰਦੇ ਹਨ ਉਹਨਾਂ ਦੀ ਦੋਸਤੀ ਦਰਿਆਵਾਂ, ਪ੍ਰਕਿਰਤੀ ਦੇ ਨਾਲ ਉਹਨਾਂ ਦੀ ਬਹੁਤ ਜ਼ਿਆਦਾ ਦੋਸਤੀ ਹੁੰਦੀ ਹੈ, ਲਗਾਵ ਹੁੰਦਾ। ਤੇ ਜਦੋਂ ਆਪਾਂ ਮਹਾਰਾਜ ਜੀ ਦਾ ਇਤਿਹਾਸ ਪੜ੍ਹਦੇ ਨਾ, ਗੁਰੂ ਨਾਨਕ ਸਾਹਿਬ ਜੀ ਦਾ, ਤੇ ਜ਼ਿਆਦਾ ਕਰਕੇ ਪਿਆਰਿਓ ਆਪ ਜੀ ਇਤਿਹਾਸ ਪੜ੍ਹੋ, ਤੇ ਜਿੱਥੇ ਵੀ ਮਹਾਰਾਜ ਜੀ ਨੇ ਇੱਕ ਥਾਂ ਤੇ ਟਿਕਾਣਾ ਕਰਨਾ ਕੀਤਾ ਨਾ, ਭਾਵੇਂ ਕਰਤਾਰਪੁਰ ਸਾਹਿਬ ਹੋਵੇ, ਭਾਵੇਂ ਪਿਆਰਿਓ ਸੁਲਤਾਨਪੁਰ ਲੋਧੀ ਹੋਵੇ, ਭਾਵੇਂ ਉਹ ਮਹਾਰਾਜ ਜੀ ਦਾ ਜੱਦੀ ਨਗਰ ਜਿਹੜਾ ਨਨਕਾਣਾ ਸਾਹਿਬ ਹੋਵੇ, ਰੋਜ਼ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਪ੍ਰਕਿਰਤੀ ਦੇ ਵਿੱਚ ਚੱਲ ਜਾਂਦੇ, ਤੇ ਜ਼ਿਆਦਾ ਕਰਕੇ ਸਮਾਂ ਇਕਾਂਤ ਦੇ ਵਿੱਚ ਬਤੀਤ ਕਰਨਾ, ਫਿਰ ਬਾਅਦ ਦੇ ਵਿੱਚ ਸ਼ਹਿਰ ਦੇ ਵਿੱਚ, ਘਰ ਦੇ ਵਿੱਚ, ਨਗਰ ਦੇ ਵਿੱਚ ਆਉਣਾ, ਕਿਉਂਕਿ ਉਹਨਾਂ ਦੀ ਦੋਸਤੀ ਪਿਆਰਿਓ ਦਰਿਆਵਾਂ ਦੇ ਨਾਲ ਹੁੰਦੀ ਹੈ। ਤੇ ਇੱਥੇ ਪ੍ਰੋਫੈਸਰ ਸਾਹਿਬ ਸਿੰਘ ਨੇ ਔਰ ਵੀ ਟੀਕਾਕਾਰਾਂ ਨੇ, ਸਿੱਧੀ ਜੀ ਗੱਲ ਹੈ, ਦਰਿਆ ਦਾ ਇੱਥੇ ਪ੍ਰਕਰਨ ਚੱਲ ਰਿਹਾ, ਤੇ ਉਹਨਾਂ ਮਹਾਂਪੁਰਖਾਂ ਦੀ, ਗੁਰੂਆਂ ਦੀ ਯਾਰੀ ਮਿੱਤਰਤਾਈ ਪ੍ਰਕਿਰਤੀ ਦੇ ਨਾਲ, ਦਰਿਆ ਆਦਿਕ ਦੇ ਨਾਲ ਹੁੰਦੀ ਹੈ। ਤੇ ਕਈ ਵਿਦਵਾਨਾਂ ਨੇ ਇਹਦੇ ਅੰਤਰੀਵ ਅਰਥ ਕਰਨੇ ਕੀਤੇ, ਤੇ ਜਿਹੜੇ ਗੁਰੂ ਕੇ ਸਿੱਖ ਜਿਨ੍ਹਾਂ ਦੇ ਅੰਦਰ ਨਾਮ ਦਾ ਜਿਹੜਾ ਪ੍ਰਵਾਹ ਵਗਦਾ, ਤੇ ਕਈ ਜਿਗਿਆਸੂ ਉਹਨਾਂ ਦੇ ਨਾਲ ਜੋ ਅਸਰ ਦੇ ਵਿੱਚ ਨਾਮ ਦਾ ਪ੍ਰਵਾਹ ਜਿਨ੍ਹਾਂ ਦੇ ਅੰਦਰ ਵਗਦਾ, ਉਹ ਵੀ ਤਾਂ ਇੱਕ ਤਰ੍ਹਾਂ ਦੇ ਨਾਮ ਦੇ ਦਰਿਆ ਹਨ, ਸੇਵਾ ਸਿਮਰਨ ਦੇ ਉਹ ਦਰਿਆ ਹਨ, ਉਹਨਾਂ ਦੇ ਨਾਲ ਉਹਨਾਂ ਦੀ ਦੋਸਤੀ ਹੁੰਦੀ ਹੈ। ਮਨ ਮੁਖ ਸੱਚਾ ਨਾਮ, ਆ ਜਿਹੜਾ ਪਾਠ ਹੈ ਨਾ, ਇਹਨੂੰ ਇੰਜ ਹੀ ਕਰਨਾ, ਮਨ ਤੇ ਮੁਖ ਜੇ ਇਕੱਠਾ ਕਰ ਦਈਏ ਨਾ ਪਿਆਰਿਓ, ਅਨਰਥ ਹੋ ਜਾਵੇਗਾ। ਇੱਥੇ ਕਰ ਦਈਏ ਤੇ ਅਨਰਥ ਹੋ ਜਾਣਗੇ ਕਿ ਮਨਮੁਖ ਜਿਹੜੇ ਹਨ, ਮਨਮੁਖ ਦੇ ਮੂੰਹ ਦੇ ਵਿੱਚ ਸੱਚਾ ਨਾਮ ਵਸਦਾ ਨਹੀਂ ਪਿਆਰਿਓ। ਜਿਨ੍ਹਾਂ ਦੇ ਮੂੰਹ ਦੇ ਵਿੱਚ ਸੱਚਾ ਨਾਮ ਵਸ ਗਿਆ ਉਹ ਮਨਮੁਖ ਥੋੜੀ ਹੁੰਦੇ। ਜਿਨ੍ਹਾਂ ਦੇ ਮਨ ਦੇ ਵਿੱਚ ਤੇ ਮੁਖ ਦੇ ਵਿੱਚ ਸੱਚਾ ਨਾਮ, ਤੇ ਉਹਨਾਂ ਦੀ ਦੋਸਤੀ ਦਰਿਆਵਾਂ ਦੇ ਨਾਲ ਹੁੰਦੀ ਹੈ, ਤੇ ਉਹਨਾਂ ਦੇ ਮਨ ਦੇ ਵਿੱਚ ਵੀ ਤੇ ਮੁਖਾਰਬਿੰਦ ਵਿੱਚ ਵੀ ਪਰਮਾਤਮਾ ਦਾ ਸੱਚਾ ਨਾਮ ਵਸ ਜਾਂਦਾ। ਉਥੈ ਅੰਮ੍ਰਿਤ ਵੰਡੀਐ, ਉਹ ਅਵਸਥਾ ਦੇ ਵਿੱਚ ਪਿਆਰਿਓ, ਅੰਮ੍ਰਿਤ ਵੇਲੇ ਦੀ ਅਵਸਥਾ ਦੇ ਵਿੱਚ ਜਦੋਂ ਜਿਹੜਾ ਹੈ ਦ્વੈਤੇ ਏਕ ਰੂਪ ਹੋਇ ਗਇਓ,
ਇਹ ਅਵਸਥਾ ਦੇ ਵਿੱਚ ਅੰਮ੍ਰਿਤ ਜਿਹੜਾ ਵੰਡਿਆ ਜਾਂਦਾ ਹੈ। ਕਰਮੀ ਹੋਏ ਪਸਾ ਤੇ ਜਿਨ੍ਹਾਂ ਦੇ ਕਰਮ ਚੰਗੇ ਹੁੰਦੇ ਹਨ, ਮਹਾਰਾਜ ਜੀ ਨੇ ਕਿਹਾ ਨਾ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਉਹਨਾਂ ਸਮੇਂ ਦੇ ਵਿੱਚ ਅੰਮ੍ਰਿਤ ਦੀ ਵਰਖਾ ਹੁੰਦੀ ਹੈ ਤੇ ਜਿਨ੍ਹਾਂ ਦੇ ਚੰਗੇ ਕਰਮ ਹੁੰਦੇ ਹਨ ਉਹਨਾਂ ਨੂੰ ਹੀ ਇਹ ਅੰਮ੍ਰਿਤ ਵੇਲਾ ਇਹ ਜੋ ਹੈ ਇਹਨਾਂ ਦੀ ਪ੍ਰਾਪਤੀ ਹੁੰਦੀ। ਕੰਚਨ ਕਾਇਆ ਕਸੀਐ, ਕਈ ਵਾਰੀ ਹੁਣ ਅੱਗੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ, ਜਿਸ ਤਰ੍ਹਾਂ ਕਿ ਕੰਚਨ ਜਿਹੜਾ ਹੁੰਦਾ ਨਾ, ਸੋਨਾ ਜਿਹਨੂੰ ਆਪਾਂ ਬੋਲਦੇ ਆ, ਤੇ ਜਦੋਂ ਕੱਚਾ ਸੋਨਾ ਹੋਵੇ ਤਾਂ ਪਿਆਰਿਓ ਉਹ ਕੁਠਾੜੀ ਦੇ ਵਿੱਚ ਠਹਿਰਦਾ ਨਹੀਂ ਹੈ, ਖੜਦਾ ਨਹੀਂ ਹੈ। ਲੇਕਿਨ ਸੁਨਿਆਰਾ ਜਦੋਂ ਤਾਂ ਦੇ ਕਰਕੇ ਉਹਨੂੰ ਜਦੋਂ ਚੰਗੀ ਤਰ੍ਹਾਂ ਕੱਸ ਲੈਂਦਾ, ਉਹ ਸ਼ੁੱਧ ਕੰਚਨ ਬਣ ਜਾਂਦਾ, ਫਿਰ ਉਹ ਡੋਲਦਾ ਨਹੀਂ ਹੈ। ਕੰਚਨ ਅਸ਼ੁੱਧ ਜਿਉ ਕੁਠਾਰੀ ਠਹਿਰਾਤ ਨਾਹੇ, ਸ਼ੁੱਧ ਭਏ ਨਹਿ ਚਲ ਛਬ ਕਹਿ ਸ਼ਕਤ ਹੈ। ਜਦੋਂ ਸ਼ੁੱਧ ਹੋ ਜਾਵੇ ਨਾ, ਉਹ ਕੰਚਨ ਬਣ ਜਾਂਦਾ, ਉਹ ਸੋਨਾ ਬਣ ਜਾਂਦਾ। ਵੰਨੀ ਚੜਾਇ ਚੜਾਓ, ਉਹਨੂੰ ਹੀ ਪਿਆਰਿਓ ਫਿਰ ਵੰਨੀਆਂ ਚੜਦੀਆਂ, 22 ਕੈਰਟ ਦਾ ਸੋਨਾ ਬਣਦਾ। ਤੇ ਉਹਨੂੰ ਕਿੰਨਾ ਪਰਿਸ਼ਰਮ ਕਰਨਾ ਪੈਂਦਾ, ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਇਸ ਤਰ੍ਹਾਂ ਹੀ ਜੋ ਪ੍ਰਮਾਤਮਾ ਦੇ ਪਿਆਰੇ ਜੋ ਸੰਤ ਹੁੰਦੇ ਹਨ, ਤੈਸੇ ਇਹੋ ਜਿਹੇ ਕਸ਼ਟ ਜੋ ਕਠਨ ਸਾਧਨਾ ਨੂੰ ਸਾਧ ਕਰਕੇ ਹੀ ਕੋਈ ਸਾਧਕ ਬਣਦਾ, ਕੋਈ ਸੰਤ ਬਣਦਾ, ਕੋਈ ਗੁਰੂ ਕਾ ਸਿੱਖ ਬਣਦਾ। ਐਵੇਂ ਕੋਈ ਜਣਾ ਕਣਾ ਨਹੀਂ ਬਣ ਜਾਂਦਾ। ਇਹੀ ਤਾਂ ਅਸਲੀ ਤਪ ਹੈ। ਜਦੋਂ ਕੋਈ ਅੰਮ੍ਰਿਤ ਵੇਲੇ ਸਿਮਰਨ ਕਰਦਾ, ਸੇਵਾ ਕਰਦਾ, ਇਹੀ ਮਿਹਨਤ ਮਸ਼ੱਕਤ ਕਰਦਾ ਨਾ, ਤਾਂ ਹੀ ਤਾਂ ਪਿਆਰਿਓ ਉਹਨੂੰ ਸਿੱਖੀ ਦਾ ਰੁਤਬਾ ਪ੍ਰਾਪਤ ਹੁੰਦਾ। ਉਹ ਅਸਲੀ ਸਾਧੂ ਹੈ, ਉਹ ਅਸਲੀ ਸੰਤ ਹੈ। ਜੇ ਹੋਵੇ ਨਦਰ ਸਰਾਫ ਕੀ, ਜੇ ਸਰਾਫ ਜਿਹੜਾ ਹੈ ਸੁਨਿਆਰੇ ਦੀ ਨਿਗਾਹ ਉਹਦੇ ਉੱਤੇ ਜੇ ਪੈ ਜਾਵੇ, ਬਹੁੜ ਨਾ ਪਾਈ ਤਾਂ ਫਿਰ ਉਹਨੂੰ ਦੁਬਾਰਾ ਨਹੀਂ ਤਾਇਆ ਜਾਂਦਾ। ਇੱਕ ਵਾਰੀ ਜਦੋਂ ਸੁਨਿਆਰਾ ਵੇਖ ਲੈਂਦਾ ਕਿ ਭਾਈ ਇਹ ਸੋਨਾ ਜਿਹੜਾ ਸ਼ੁੱਧ ਬਣ ਗਿਆ, 22 ਕੈਰਟ ਦਾ ਬਣ ਗਿਆ, ਫਿਰ ਪਿਆਰਿਓ 22 ਕੈਰਟ ਬਣਨ ਤੋਂ ਪਹਿਲਾਂ ਉਹਨੂੰ ਸੁਨਿਆਰਾ ਆਪ ਤਾ ਦਿੰਦਾ, ਆਪ ਤਪਾਉਂਦਾ ਹੈ, ਆਪ ਉਹਦੀ ਬਹੁਤ ਜ਼ਿਆਦੀ ਮਸ਼ੱਕਤ ਘਾਲਦਾ ਹੈ। ਲੇਕਿਨ ਇੱਕ ਵਾਰੀ ਉਹ 22 ਕੈਰਟ ਦਾ ਬਣ ਜਾਵੇ, 22 ਵੰਨੀਆਂ ਦਾ ਜਦੋਂ ਬਣ ਜਾਵੇ, ਫਿਰ ਸੁਨਿਆਰਾ ਜਿਹੜਾ ਉਹਨੂੰ ਅੱਗ ਦੇ ਵਿੱਚ ਨਹੀਂ ਤਾਪਦਾ, ਭਾਵ ਕਿ ਉਹ ਸ਼ੁੱਧ ਬਣ ਗਿਆ। ਇਸ ਤਰ੍ਹਾਂ ਹੀ ਜਿਹੜੇ ਸਾਧਕ ਹੁੰਦੇ ਹਨ, ਸਾਧਕ ਦੀ ਅਵਸਥਾ ਦੇ ਵਿੱਚ ਬਹੁਤ ਸਾਧਨਾ ਕਰਨੀ ਪੈਂਦੀ ਹੈ, ਮਸ਼ੱਕਤ ਘਾਲਣੀ ਪੈਂਦੀ। ਇੱਕ ਵਾਰੀ ਪਰਮ ਅਵਸਥਾ ਦੇ ਵਿੱਚ ਜਿਹੜਾ ਪਹੁੰਚ ਜਾਵੇ, ਫਿਰ ਪਿਆਰਿਓ ਉਹਨੂੰ ਦੂਜੀ ਵਾਰੀ ਨਹੀਂ ਤਪਾਇਆ ਜਾਂਦਾ। ਫਿਰ ਉਹ ਜਿਹੜਾ ਇਹ ਸਾਧਕ ਤੋਂ ਪਰੇ ਹੋ ਜਾਂਦਾ, ਉਹ ਸੰਤ ਬਣ ਜਾਂਦਾ। ਸਤੀ ਪਹਿਰੀ ਸਤ ਭਲਾ, ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਕਿ ਜੋ 8 ਪੈਰ ਦੇ ਵਿੱਚੋਂ 7 ਜੋ ਪੈਰ ਹਨ, ਕਹੀਏ ਪੜਿਆ ਪਾਸ, ਬੇਸ਼ੱਕ ਤੁਸੀਂ 7 ਪੈਰ ਜੋ ਹਨ ਕੰਮ ਕਾਜ ਦੇ ਵਿੱਚ ਲਾ ਲਿਓ, ਕਿਉਂਕਿ ਸੰਸਾਰ ਦੇ ਕੰਮ ਕਾਜ ਵੀ ਜ਼ਰੂਰੀ ਹਨ। ਲੇਕਿਨ 8ਵਾਂ ਪੈਰ ਜਿਹੜਾ ਹੈ, ਭਾਵ ਕਿ ਜੋ 2.5-3 ਘੰਟੇ ਸਮਾਂ ਬਣਦਾ, ਇਹ ਸਮਾਂ ਜਿਹੜਾ ਹੈ ਬਹੀਏ ਪੜਿਆ ਪਾਸ। ਜੋ ਗੁਰਬਾਣੀ ਦਾ ਜਾਪ ਕਰਦੇ ਮਹਾਂਪੁਰਖ ਸਤ ਸੰਗਤ ਦੇ ਵਿੱਚ ਆ ਕਰਕੇ ਸੇਵਾ ਸਿਮਰਨ ਦੇ ਵਿੱਚ ਉਹ ਸਮਾਂ ਬਤੀਤ ਕਰਨਾ ਚਾਹੀਦਾ। ਤਾਂ ਹੀ ਤਾਂ ਪਿਆਰਿਓ ਜਦੋਂ ਆਪਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਹਾਂ ਤੇ ਸਾਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਆਪਣੀ ਦਸਵੰਧ ਦੀ ਮਾਇਆ ਗੁਰੂ ਘਰ ਦੇ ਵਿੱਚ ਚੜਾਉਣਾ ਹੈ, ਲੋਕ ਭਲਾਈ ਦੇ ਵਾਸਤੇ ਅਰਪਣ ਕਰਨਾ। ਨਾਲ ਆਪਾਂ ਸਮਾਂ ਵੇਖਦੇ ਹਾਂ, ਇੱਕ ਪੈਰ ਉਹਦੇ ਵਿੱਚੋਂ ਕੱਢ ਦਿਓ ਤੇ ਪਿਆਰਿਓ 2.5 ਤੋਂ 3 ਘੰਟੇ ਬਣ ਜਾਂਦੇ ਹਨ। ਇਹੀ ਤਾਂ ਸਿੱਖਿਆ ਅੰਮ੍ਰਿਤ ਵਿੱਚ ਦਿੱਤੀ ਜਾਂਦੀ ਹੈ। ਘੱਟ ਤੋਂ ਘੱਟ 2.5 ਘੰਟੇ ਸੇਵਾ ਸਿਮਰਨ ਭਲਾਈ ਦਾ ਕੰਮ ਕਰਨਾ। ਸਤਿਗੁਰੂ ਮਹਾਰਾਜ ਉਹੀ ਮਰਿਆਦਾ ਨੂੰ ਪਰਪੱਕ ਕਰਦਿਆਂ ਹੋਇਆਂ ਕਿਹਾ ਕਿ ਬੇਸ਼ੱਕ 7 ਪੈਰ ਕੰਮ ਕਾਜ ਵਿਸ਼ਰਾਮ ਖਾਣ ਪੀਣ ਦੇ ਵਿੱਚ ਤੂੰ ਲਾ ਲੈ, ਲੇਕਿਨ 8ਵਾਂ ਪੈਰ ਜੋ ਹੈ 2.5-3 ਘੰਟੇ ਆਪਣੇ ਜ਼ਿੰਦਗੀ ਦੇ, ਆਪਣੇ ਇੱਕ ਦਿਨ ਦੇ, ਉਹ ਜ਼ਰੂਰ ਗੁਰੂ ਦੇ ਵਾਸਤੇ ਸੇਵਾ ਸਿਮਰਨ ਲੋਕ ਭਲਾਈ ਦੇ ਵਾਸਤੇ ਕੱਢਣਾ ਚਾਹੀਦਾ। ਉਥੇ ਪਾਪ ਪੁੰਨ ਵਿਚਾਰੀ, ਅਸਲ ਦੇ ਵਿੱਚ ਦਰਗਾਹ ਦੇ ਵਿੱਚ ਪਾਪ ਤੇ ਪੁੰਨ ਦੀ ਵਿਚਾਰ ਹੁੰਦੀ। ਕੂੜੇ ਘਟੈ ਰਾਸ, ਜਿਹੜੇ ਕੂੜੇ ਝੂਠੇ ਹੁੰਦੇ ਉਹਨਾਂ ਦੀ ਰਾਸ ਘਟ ਜਾਂਦੀ ਹੈ। ਉਥੇ ਖੋਟੇ ਸੱਟੀਐ, ਉਥੇ ਖੋਟਾ ਸੱਟੀਐ, ਉਥੇ ਜੋ ਖੋਟੇ ਹੁੰਦੇ ਹਨ, ਖਰੇ
ਜੋ ਹੁੰਦੇ ਹਨ ਤੇ ਉਹਨਾਂ ਨੂੰ ਪਰਖ ਕਰਕੇ ਖਜ਼ਾਨੇ ਵਿੱਚ ਪਾਇਆ ਜਾਂਦਾ। ਖੋਟਿਆਂ ਨਾ ਹੀ ਥਾਓ, ਖੋਟਿਆਂ ਨੂੰ ਉੱਥੇ ਕੋਈ ਥਾਂ ਨਹੀਂ ਹੈ, ਉਹਨਾਂ ਨੂੰ ਬਾਰ-ਬਾਰ ਸੁੱਟ ਦਿੱਤਾ ਜਾਂਦਾ। ਖਰੇ ਕੀਚਹਿ ਸਾਬਾਸ, ਜਿਹੜੇ ਖੜੇ ਹੁੰਦੇ ਹਨ, ਜਿਨ੍ਹਾਂ ਨੇ ਨਾਮ ਬਾਣੀ ਦਾ ਅਭਿਆਸ ਕਰਨਾ ਕੀਤਾ, ਉਹਨਾਂ ਨੂੰ ਸ਼ਾਬਾਸ਼ੀ ਪ੍ਰਾਪਤ ਹੁੰਦੀ ਹੈ। ਬੋਲਨ ਫਾਦਲ ਨਾਨਕਾ, ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਕਈ ਵਾਰੀ, ਆਪਾਂ ਜਦੋਂ ਬੋਲਦੇ ਨਾ, ਇਹ ਸਭ ਵਿਅਰਥ ਹੈ, ਸਭ ਫਜ਼ੂਲ ਹੈ। ਦੁੱਖ ਸੁਖ ਖਸਮੈ ਪਾਸ, ਕਿਉਂਕਿ ਜੇ ਦੁੱਖ ਆ ਜਾਵੇ, ਭਾਵੇਂ ਸੁਖ ਆ ਜਾਵੇ, ਲੇਕਿਨ ਆਪਾਂ ਦੁੱਖ ਦੇ ਵਿੱਚ ਵੀ ਫਜ਼ੂਲੀ ਬੋਲਦੇ ਹਾਂ ਤੇ ਸੁਖ ਦੇ ਵਿੱਚ ਵੀ ਫਜ਼ੂਲੀ ਬੋਲਦੇ ਹਾਂ ਕਿ ਭਾਈ ਫਲਾਣੇ ਕਰਕੇ ਦੁੱਖ ਜਾਂ ਫਲਾਣੇ ਕਰਕੇ ਸੁਖ ਪ੍ਰਾਪਤ ਹੋਇਆ। ਅਸਲ ਦੇ ਵਿੱਚ ਭਾਵੇਂ ਇਹ ਦੁੱਖ ਤੇ ਸੁਖ ਜਿਹੜਾ ਹੈ, ਇਹ ਪਰਮਾਤਮਾ ਦੇ ਹੱਥ ਦੇ ਵਿੱਚ ਹੈ। ਜਿਹੜੇ ਉੱਤੇ ਕਿਰਪਾ ਹੋ ਜਾਵੇ ਨਾ, ਉਹਨੂੰ ਇਹ ਦੁੱਖ ਜਾਂ ਸੁੱਖ ਜਿਹੜਾ ਕਿਤਿਆਂ ਦੁੱਖ ਪੂਖ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ। ਇਹ ਵੀ ਤਾਂ ਪਰਮਾਤਮਾ ਦੀ ਦਾਤ ਕਰਕੇ ਦੁੱਖ ਸੁਖ ਤੇਰਾ ਭਾਉਣਾ ਹੋਵੇ। ਇਹ ਭਾਵਨਾ ਆਪਣੇ ਮਨ ਦੇ ਵਿੱਚ ਧਾਰਨ ਕਰਨੀ ਚਾਹੀਦੀ ਹੈ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਵਿਚਾਰ ਕਰਦੇ ਹਾਂ। ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸੁਮਾਤਾ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕਾ, ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਵੀ ਹੋਵਨ ਹਾਰ। ਹੇ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋਂ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ, ਹੈ ਵੀ ਸਚ। ਨਾਨਕ ਹੋਸੀ ਭੀ ਸਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਹੋਸੀ ਭੀ ਸਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ, ਹੈ ਭੀ ਸਚ। ਨਾਨਕ ਹੋਸੀ ਭੀ ਸਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ, ਹੈ ਭੀ ਸਚ। ਨਾਨਕ ਹੋਸੀ ਭੀ ਸਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ,